ਦਰਦਮੰਦਾਂ ਦੀਆਂ ਆਹੀ ਪੁਸਤਕ ਦੀ ਸੁਖਵੰਤ ਕੌਰ ਮਾਨ ਦੀ ਕਹਾਣੀ ਚੱਟੂ। ਰਾਤ ਸ਼ਾਹ ਕਾਲੀ ਸੀ। ਸਟੇਸ਼ਨ ਤੇ ਇੱਕ ਮੱਧਮ ਜੀ ਬੱਤੀ ਜਗ ਰਹੀ ਸੀ। ਕੁੜੀ ਦੇ ਸਿਰ ਤੇ ਚੱਟੂ ਸੀ। ਕਦੀ ਉਹ ਰੰਗੀਲ ਹੋਏਗਾ, ਗੂੜੀਆਂ ਗੁਲਾਬੀ ਤੇ ਖੱਟੀਆਂ ਧਾਰੀਆਂ ਵਾਲਾ। ਹੁਣ ਪੁਰਾਣਾ ਸੀ, ਕਿਨਾਰੇ ਤੋਂ ਭੁਰਿਆ ਹੋਇਆ ਤੇ ਮੈਲਾ। ਕੁੜੀ ਦੌੜ ਰਹੀ ਸੀ। ਅਚਾਨਕ ਉਹ ਗੱਡੀ ਦੀ ਲਾਈਨ 'ਚ ਅੜਕੀ ਤੇ ਡਿੱਗ ਪਈ। ਗੋਡੇ ਨੂੰ ਮਲਿਆ ਤੇ ਚੱਟੂ ਮੁੜ ਸਿਰ ਤੇ ਰੱਖ ਲਿਆ। ਕੁੜੀ ਦੀ ਮਾਂ ਨੇ ਕਿਹਾ ਸੀ ਉਹਦੇ 'ਚ ਮਸਾਲਾ ਕੁੱਟੇਗੀ ਤੇ ਕੁੜੀ ਨੇ ਚੁੱਕ ਲਿਆ ਸੀ। ਉਹ ਜਿਹੜੇ ਘਰ 'ਚ ਠਹਿਰੇ ਸਨ ਉਹ ਕਿਸੇ ਮੁਸਲਮਾਨ ਲੁਹਾਰ ਦਾ ਘਰ ਸੀ। ਉੱਥੋਂ ਸਭ ਕੁਝ ਲੁੱਟਿਆ ਜਾ ਚੁੱਕਾ ਸੀ। ਇੱਕ ਟੁੱਟਾ ਹੋਇਆ ਚਰਖਾ, ਪਿਛਲੀ ਕੋਠੜੀ ਦੇ ਗੁੱਠੇ ਗੱਡੀ ਹੋਈ ਇੱਕ ਚੱਕੀ ਤੇ ਪੁਰਾਣਾ ਜਿਹਾ ਲੱਕੜ ਦਾ ਚੱਟੂ ਬਚਿਆ ਸੀ। ਉਨੀ ਦਿਨੀ ਪੇਟੀਆਂ ਤੇ ਭਾਂਡਿਆਂ ਦੇ ਭਰੇ ਹੋਏ ਦਲਾਨ ਛੱਡ ਕੇ ਆਈਆਂ ਜਨਾਨੀਆਂ ਵੀ ਨਿੱਕੀ ਜਿਹੀ ਚੀਜ਼ ਮਿਲਣ ਤੇ ਖੁਸ਼ ਹੋ ਜਾਂਦੀਆਂ, ਕਿਸੇ ਦੂਜੇ ਤੱਕ ਪਤਾ ਤੱਕ ਨਾ ਲੱਗਣ ਦਿੰਦੀਆਂ। ਪਿੰਡ ਦੇ ਵੱਡੇ ਸਰਦਾਰ ਨੇ 20-20 ਸੇਰ ਕਣਕ ਪਨਾਹਗੀਰਾਂ ਦੇ ਘਰੇ ਸੁਟਵਾ ਦਿੱਤੀ ਸੀ। ਸਬਜ਼ੀ ਭਾਜੀ ਕੋਈ ਹੈ ਨਹੀਂ ਸੀ। ਮਾਂ ਨੇ ਪਿਛਲੀ ਕੋਠੜੀ 'ਚ ਖਿਲਰੀਆਂ ਲਾਲ ਮਿਰਚਾਂ ਚੁਣ ਲਈਆਂ ਸਨ ਜੋ ਕਾਹਲੀ ਨਾਲ ਕਿਸੇ ਲੁਟੇਰੇ ਤੋਂ ਡੁੱਲ ਗਈਆਂ ਸਨ। ਵਿਹੜੇ 'ਚ ਰਿੜਦਾ ਜਿਹਾ ਇਹ ਚੱਟੂ ਮਾਂ ਨੇ ਚੁੱਕ ਲਿਆ ਸੀ। ਸੋਟਾ ਨਾਲ ਦੇ ਘਰੋਂ ਮੰਗ ਲਿਆਈ ਸੀ ਤੇ ਲਾਲ ਮਿਰਚਾਂ 'ਚ ਲੂਣ ਸੁੱਟ ਰਗੜ ਲਿਆ ਸੀ। ਦਾਦੀ ਲੱਸੀ ਪਤਾ ਨਹੀਂ ਕਿੱਥੋਂ ਮੰਗ ਲਿਆਈ ਸੀ, ਕਿਉਂਕਿ ਲੋਕਾਂ ਨੇ ਪਨਾਹਗੀਰਾਂ ਤੋਂ ਆਪਣੇ ਬੂਹੇ ਭੀੜੇ ਹੋਏ ਸਨ। ਲੱਸੀ 'ਚ ਲੂਣ ਮਿਰਚਾਂ ਘੋਲੀਆਂ ਗਈਆਂ ਸਨ। ਦਾਦੀ ਉਹਨੂੰ ਲੱਸਮ ਪੁਲਾ ਆਖ ਰਹੀ ਸੀ। ਬੱਚੇ ਭੱਜ ਭੱਜ ਕੇ ਸੁੱਕੀਆਂ ਤੰਦੂਰੀ ਰੋਟੀਆਂ ਨੂੰ ਪੈ ਰਹੇ ਸਨ। ਲੱਸ ਪੁਲਾ ਨਾਲ ਸੁੱਕੀਆਂ ਰੋਟੀਆਂ ਬਹੁਤ ਸਵਾਦ ਲੱਗ ਰਹੀਆਂ ਸਨ। ਕੁੜੀ ਦੀ ਮਾਂ ਪਿੱਛੇ ਰਹਿ ਗਈ ਸੀ। ਛੋਟਾ ਮੁੰਡਾ ਕੁੜੀ ਦੇ ਮਗਰ ਦੌੜ ਰਿਹਾ ਸੀ। ਮਾਂ ਦੇ ਸਿਰ ਤੇ ਭਾਂਡਿਆਂ ਵਾਲੀ ਬੋਰੀ ਸੀ। ਉਹਨੇ ਛੋਟੀ ਕੁੜੀ ਨੂੰ ਉਂਗਲੀ ਲਾਇਆ ਸੀ ਤੇ ਦੂਜੇ ਹੱਥ ਨਾਲ ਬੋਰੀ ਥੰਮੀ ਹੋਈ ਸੀ। ਅੰਮ੍ਰਿਤਸਰ ਦੇ ਕਿਸੇ ਲਾਗਲੇ ਪਿੰਡ 'ਚੋਂ ਠਹਿਰੇ ਹੋਏ ਸਨ। ਅੱਜ ਉਹਨਾਂ ਲੁਧਿਆਣੇ ਲਈ ਗੱਡੀ ਫੜਨੀ ਸੀ। ਤੁਰਨ ਤੋਂ ਪਹਿਲਾਂ ਕਿਸੇ ਖਬਰ ਦਿੱਤੀ ਸੀ ਕਿ ਕੁੜੀ ਦਾ ਮਾਮਾ ਲਾਹੌਰ ਸਟੇਸ਼ਨ ਤੇ ਆਪਣੀ ਤਰੇ ਨਾਲ ਮਰਦੀ ਪਈ ਮਾਂ ਲਈ ਪਾਣੀ ਲੈਣ ਲਈ ਉਤਰਿਆ, ਮੁੜ ਨਹੀਂ ਸੀ ਪਰਤਿਆ। ਮਾਂ ਹੌਕੇ ਪਰ ਰੋਂਦੀ ਰਹੀ ਤੇ ਨਾਲ ਸਮਾਨ ਬੰਨ੍ਹਦੀ ਰਹੀ ਸੀ। ਤਾਈ ਤੇ ਚਾਚੀ ਨੇ ਮਾਂ ਨੂੰ ਹੌਸਲਾ ਰੱਖਣ ਨੂੰ ਕਿਹਾ ਸੀ ਤੇ ਫਿਰ ਆਪਣਾ ਸਮਾਨ ਬੰਨ੍ਹਣ 'ਚ ਰੁੱਝ ਗਈਆਂ। ਉਨੀ ਦਿਨੀ ਕੋਈ ਵੀ ਕਿਸੇ ਨਾਲ ਅਫਸੋਸ ਨਹੀਂ ਕਰਦਾ ਸੀ। ਜਿਹਦਾ ਕੋਈ ਮਰ ਜਾਂਦਾ ਆਪੇ ਰੋ ਧੋ ਕੇ ਚੁੱਪ ਕਰ ਜਾਂਦਾ। ਕੁੜੀ ਦੀ ਮਾਂ ਨੇ ਅੱਥਰੂ ਪੂੰਝੇ, ਤਾਈ ਦੀ ਮਦਦ ਨਾਲ ਬੋਰੀ ਸਿਰ ਤੇ ਰੱਖੀ ਤੇ ਪਿੱਛੇ ਪਿੱਛੇ ਤੁਰ ਪਈ। ਤਾਂਗੇ ਤੇ ਚੜ੍ਹ ਜਦੋਂ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚੇ ਤਾਂ ਇੱਕ ਮਾਲ ਗੱਡੀ ਵਿਚਕਾਰ ਜੇ ਖੜੀ ਕੂਕਾਂ ਮਾਰ ਰਹੀ ਸੀ। ਹਰ ਫਲੀ 'ਚ ਉਹ ਉਤਰੇ ਤੇ ਗੱਡੀ ਵੱਲ ਭੱਜ ਲਏ ਸੀ। ਸਿਰਾਂ ਤੇ ਸਮਾਨ ਚੁੱਕੀ ਹੌਂਕਦੀ ਜੀ ਤਾਈ ਕੁੜੀ ਨੂੰ ਨਾਲ ਲਈ ਭੱਜ ਰਹੀ ਸੀ। ਮਗਰੇ ਮਗਰ ਬੁੱਢਾ ਦਾਦਾ ਸੀ ਜੋ ਖੰਘ ਰਿਹਾ ਸੀ। ਉਹਦੇ ਹੱਥ 'ਚ ਕੱਪੜਿਆਂ ਨਾਲ ਤੁੰਨਿਆ ਇੱਕ ਥੈਲਾ ਸੀ ਤੇ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਦਾਦੀ ਲਾਈਨ 'ਚ ਡਿੱਗਦੀ ਬਚੀ ਸੀ। ਕੁੜੀ ਦਾ ਬਾਪੂ ਤੇ ਵੱਡਾ ਵੀਰ ਕਾਫਲੇ ਨਾਲ ਆ ਰਹੇ ਸਨ। ਕਾਫਲਾ ਗੱਡਿਆਂ ਦਾ ਸੀ। ਬਾਕੀ ਦੇ ਸਾਰੇ ਜੀ ਆਪਣੇ ਪਿੰਡ ਦੇ ਕਿਸੇ ਫੌਜੀ ਦੀ ਸਿਫਾਰਿਸ਼ ਨਾਲ ਟਰੱਕਾਂ ਤੇ ਚੜ੍ਹ ਆਏ ਸਨ। ਆਉਣ ਤੋਂ ਪਹਿਲਾਂ ਕਈ ਦਿਨ ਉਹ ਨਨਕਾਣੇ ਸਾਹਿਬ ਦੇ ਕੈਂਪ 'ਚ ਰਹੇ ਸਨ। ਰੇਲਵੇ ਲਾਈਨ ਤੋਂ ਪਾਰ ਖਾਲਸਾ ਸਕੂਲ 'ਚ ਉਹਨਾਂ ਦਾ ਕੈਂਪ ਲੱਗਾ ਸੀ। ਜਦੋਂ ਕੋਈ ਗੱਡੀ ਲੰਘਦੀ ਤਾਂ ਸੋਟੀਆਂ ਨਾਲ ਟੰਗੇ ਹੋਏ ਸਿਲਵਰ ਦੇ ਪਤੀਲੇ ਤੇ ਛੱਜ ਬਾਰੀਆਂ ਤੋਂ ਬਾਹਰ ਲਟਕ ਰਹੇ ਹੁੰਦੇ। ਮੈਲੇ ਕੁਚੈਲੇ ਤੰਬੇ ਧੋਤੀਆਂ ਪਾਈ ਪੂਰਬੀ ਪੰਜਾਬ ਤੋਂ ਆਏ ਮੁਸਲਮਾਨ ਖਿੜਕੀਆਂ ਤੋਂ ਬਾਹਰ ਤਾਈਂ ਪਲਮੇ ਪਏ ਹੁੰਦੇ। ਫਿਰ ਇੱਕਦਮ ਤੜ 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 ਸ਼ੁਰੂ ਹੋ ਜਾਂਦੀ। ਲੋਕ ਗੱਡਿਆਂ ਮਗਰ ਲੁਕ ਜਾਂਦੇ, ਧਰਤੀ ਤੇ ਲੰਮੇ ਪੈ ਜਾਂਦੇ। ਫਿਰ ਵੀ ਅਚਾਨਕ ਕੋਈ ਡਿੱਗਦਾ, ਮਰ ਜਾਂਦਾ। ਸ਼ਹਿਰ ਦੇ ਟਾਲਾਂ ਤੇ ਲੱਕੜ ਖਤਮ ਹੋ ਗਈ ਸੀ। ਬਾਹਰੋਂ ਆਲਾ ਦੁਆਲਾ ਵੱਢ ਲਿਆਏ ਸਨ। ਸਕੂਲ 'ਚ ਡੈਸਕ ਮੇਜ਼ ਤੇ ਕੁਰਸੀਆਂ ਕੱਢ ਧੜਾਕ ਧੜ ਫੂਕੀਆਂ ਜਾਣ ਲੱਗੀਆਂ ਸਨ। ਸਕੂਲ ਦੀ ਲਾਇਬ੍ਰੇਰੀ 'ਚ ਕਿਤਾਬਾਂ ਦੀ ਲੁੱਟ ਮਚ ਗਈ ਸੀ। ਲੋਕੀ ਅੱਧ 'ਚੋਂ ਕਿਤਾਬ ਪੜ੍ਹਦੇ, ਚੁੱਲ੍ਹੇ 'ਚ ਡਾਹ ਦਿੰਦੇ। ਕੁੜੀ ਤੇ ਉਹਦੇ ਚਾਚੇ ਦੇ ਮੁੰਡੇ ਨੇ ਚੁੱਲ੍ਹੇ 'ਚ ਡਾਹੁਣ ਲਈ ਲਿਆਂਦੀਆਂ ਕਿਤਾਬਾਂ 'ਚੋਂ ਇੱਕ ਦੇਵਾਂ ਤੇ ਪਰੀਆਂ ਦੀਆਂ ਕਹਾਣੀਆਂ ਦੀ ਕਿਤਾਬ ਤੇ ਕੁਝ ਹੋਰ ਬੱਚਿਆਂ ਲਈ ਅੰਗਰੇਜ਼ੀ 'ਚ ਲਿਖੀਆਂ ਕਿਤਾਬਾਂ ਜਿਨ੍ਹਾਂ ਵਿਚਲੀਆਂ ਤਸਵੀਰਾਂ ਉਹਨਾਂ ਨੂੰ ਬਹੁਤ ਚੰਗੀਆਂ ਲੱਗੀਆਂ ਸਨ, ਘਰਦਿਆਂ ਤੋਂ ਚੋਰੀ ਇੱਕ ਬੋਰੀ 'ਚ ਪਾ ਲਈਆਂ ਸਨ। ਬੋਰੀ ਗੱਡੇ ਵਿਚਲੇ ਸਮਾਨ ਹੇਠ ਘਸੋੜ ਦਿੱਤੀ। ਗੱਡੀ ਨੇ ਜ਼ੋਰਦਾਰ ਆਖਰੀ ਕੂਕ ਮਾਰੀ। ਦਾਦੀ ਨੂੰ ਕੰਧਾੜੇ ਚੁੱਕੀ। ਛੋਟਾ ਚਾਚਾ ਦਾਦਾ ਨੂੰ ਸਹਾਰਾ ਦੇਈ। ਤਾਇਆ ਤੇ ਕੁੜੀ ਗੱਡੀ ਵੱਲ ਤੁਰ ਪਏ ਸਨ। ਕੁੜੀ ਫੇਰ ਲਾਈਨ 'ਚ ਡਿੱਗਦੀ ਡਿੱਗਦੀ ਬਚੀ ਸੀ। ਮਰ ਜਾਣੀ ਐ, ਸੁੱਟਦੀ ਕਿਉਂ ਨਹੀਂ ਇਹਨੂੰ? ਮਰ ਜਾਏਂਗੀ ਡਿੱਗ ਕੇ। ਸਿਰ ਤੇ ਵੱਡਾ ਸਾਰਾ ਗੰਢੜ ਚੁੱਕੀ ਆਉਂਦੀ ਤਾਈ ਨੇ ਪਿਆਰ ਭਰੀ ਝਿੜਕੀ ਦਿੱਤੀ ਸੀ। ਸਾਹਮਣੇ ਮਾਲ ਗੱਡੀ ਖੜੀ ਸੀ, ਕੋਲੇ ਨਾਲ ਲੱਥ ਪੱਥ ਤੇ ਚਾਚੇ ਭੱਜ ਕੇ ਕੰਧਾੜੇ ਚੁੱਕੀ ਦਾਦੀ ਨੂੰ ਡੱਬੇ 'ਚ ਲਿਆ ਸੁੱਟਿਆ ਸੀ। ਮਗਰ ਭੱਜੇ ਆਉਂਦੇ ਦਾਦੇ ਨੂੰ ਸਹਾਰਾ ਦੇ ਕੇ ਚੜਾਉਂਦਿਆਂ
ਸਮੇਤ ਚੱਟੂ ਦੇ ਉਹਨੇ ਕੁੜੀ ਨੂੰ ਚੁੱਕ ਕੇ ਡੱਬੇ 'ਚ ਰੱਖ ਦਿੱਤਾ ਸੀ। ਧੱਕਮ ਮੁੱਕੀ ਕਰਦੀਆਂ ਮਾਂ ਤੇ ਤਾਈ ਵੀ ਆ ਚੜੀਆਂ ਸਨ। ਉਹਨਾਂ ਆਪਣੀਆਂ ਗੰਢੜੀਆਂ ਬੁਚਕੀਆਂ ਇੱਕ ਕੋਨੇ 'ਚ ਟਕਾ ਲਈਆਂ ਸਨ। ਦਾਦੀ ਸੋਚਾਂ 'ਚ ਡੁੱਬੀ ਸਿਰ ਸੁੱਟੀ ਕੋਨੇ 'ਚ ਗੰਢੜੀ ਤੇ ਬੈਠੀ ਸੀ ਤੇ ਦਾਦਾ ਆਪਣੇ ਸੁਭਾਅ ਅਨੁਸਾਰ ਅੱਖਾਂ ਮੀਟੀ ਬੇਪਰਵਾਹ ਢਾਸਣਾ ਲਾਈ ਉਂਘਾਲ ਰਿਹਾ ਸੀ ਤੇ ਮਾਂ ਦਾਦਾ ਜੀ ਤੋਂ ਘੁੰਡ ਕੱਢੀ ਝੀਣੀ ਬਾਣ ਰੋ ਰਹੀ ਸੀ। ਗੱਡੀ ਲਗਾਤਾਰ ਚੱਲਦੀ ਜਾ ਰਹੀ ਸੀ। ਬਾਹਰ ਤੂਫਾਨ ਚੱਲ ਰਿਹਾ ਸੀ ਤੇ ਹੁਣ ਦਿਨ ਦੇ ਚਾਨਣ 'ਚ ਪਿੰਡ ਦੇ ਕਸਬੇ ਉਜੜੇ ਜਾਪ ਰਹੇ ਸਨ। ਇੱਕ ਦੋ ਥਾਈਂ ਉਜਾੜ 'ਚ ਲਾਸ਼ਾਂ ਤੇ ਗਿਰਜਾਂ ਝਪਟ ਰਹੀਆਂ ਸਨ। ਡੱਬੇ 'ਚੋਂ ਇੱਕ ਵਾਰਗੀ ਕੋਈ ਅੱਖਾਂ ਉੱਧਰ ਝਾਕਦੀਆਂ ਫਿਰ ਇੱਕ ਦੂਜੇ ਵੱਲ ਵੇਖੇ ਬਗੈਰ ਇੱਧਰ ਉੱਧਰ ਝਾਕਣ ਲੱਗਦੀਆਂ। ਕਦੀ ਕੋਈ ਗੱਡੀ ਮੁਸਲਿਮ ਪਨਾਹਗੀਰਾਂ ਦੀ ਲੱਦੀ ਹੋਈ ਉਲਟੀ ਦਿਸ਼ਾ ਵੱਲੋਂ ਆਉਂਦੀ ਹੋਈ ਦਿਸਦੀ। ਬਾਰੀਆਂ ਬੂਹੇ ਇੱਕਦਮ ਬੰਦ ਪਾਕ ਵੱਲ ਜਾ ਰਹੀ ਹੁੰਦੀ। ਮਾਲ ਗੱਡੀ ਦੇ ਮੁਸਾਫਰਾਂ ਵੱਲੋਂ ਇੱਕ ਦੋ ਫਾਇਰ ਕੀਤੇ ਜਾਂਦੇ। ਫਿਰ ਦੋਵੇਂ ਗੱਡੀਆਂ ਇੱਕ ਦੂਜੀ ਨੂੰ ਕੱਟਦੀਆਂ ਦੂਰ ਹੋ ਜਾਂਦੀਆਂ। ਲੁਧਿਆਣਾ ਆ ਗਿਆ ਸੀ। ਕੋਲਿਆਂ ਦੀ ਕਾਲਖ ਨਾਲ ਲੱਥ-ਪੱਥ ਲੋਕੀ ਪਲੇਟਫਾਰਮ ਤੇ ਉਤਰ ਰਹੇ ਸਨ। ਬਾਹਰ ਸ਼ਾਇਦ ਕਰਫਿਊ ਲੱਗਿਆ ਸੀ। ਹਵਾ 'ਚ ਇੱਕ ਸਹਿਮ ਸੀ। ਅਜੀਬ ਜਿਹੀ ਘੁਸਰ-ਮੁਸਰ ਹੋ ਰਹੀ ਸੀ। ਅਚਾਨਕ ਤਲਵਾਰਾਂ ਤੇ ਬਰਛੇ ਲਈ ਭਿਆਨਕ ਚਿਹਰਿਆਂ ਵਾਲੇ ਕੁਝ ਲੋਕ ਕਿੱਧਰੋਂ ਪੈਦਾ ਹੋ ਗਏ ਸਨ। ਕੁਝ ਭਿਆਨਕ ਵਾਪਰਨ ਵਾਲਾ ਸੀ। ਪਲੇਟਫਾਰਮ ਉੱਤੇ ਕੁਝ ਹਿਲਜੁਲ ਜਿਹੀ ਹੋਈ ਸੀ। ਫਿਰ ਖਬਰ ਫੈਲ ਗਈ ਸੀ ਕਿ ਮੁਸਲਮਾਨਾਂ ਦੀ ਗੱਡੀ ਨੂੰ ਹਿਫਾਜ਼ਤ ਨਾਲ ਪਾਕਿਸਤਾਨ ਪਹੁੰਚਾਉਣ ਲਈ ਬਲੋਚ ਮਿਲਟਰੀ ਪਹੁੰਚ ਗਈ ਸੀ। ਕਰਫਿਊ ਖੁੱਲ੍ਹ ਗਿਆ ਸੀ। ਇੱਕ ਹਲਚਲ ਜਿਹੀ ਮਚ ਗਈ। ਗੰਢੜੀਆਂ ਬੁਚਕੀਆਂ ਚੁੱਕੀ ਲੋਕ ਸ਼ਹਿਰ ਦੀਆਂ ਸੜਕਾਂ ਵੱਲ ਨੂੰ ਭੱਜ ਉੱਠੇ ਸਨ। ਉਦਣ ਸਵੇਰੇ ਇੱਕ ਮੁਸਲਮਾਨ ਮੁਹੱਲਾ ਖਾਲੀ ਹੋਇਆ। ਲੋਕੀ ਕਦੀ ਦੌੜ ਕੇ ਕਦੀ ਹੱਫ ਕੇ ਖਲੋ ਜਾਂਦੇ। ਸਮਾਨ ਨੂੰ ਸੂਤ ਸਿਰ ਘਰ ਫਿਰ ਦੌੜ ਪੈਂਦੇ। ਕੁੜੀ ਤੇ ਉਹਦੇ ਚਾਚੇ ਦਾ ਮੁੰਡਾ ਚੱਟੂ ਨੂੰ ਦੋਵੇਂ ਪਾਸਿਓਂ ਫੜੀ ਦੌੜ ਰਹੇ ਸਨ। ਕੁੜੀ ਦਾ ਚਾਚਾ ਕੰਧ ਟੱਪ ਕੇ ਅੰਦਰ ਜਾ ਵੜਿਆ ਸੀ ਤੇ ਤਾਏ ਤੇ ਉਹਦੇ ਜਵਾਨ ਮੁੰਡੇ ਵੇਖ ਘਰ ਦੇ ਬੂਹੇ ਅੱਗੇ ਲੱਤਾਂ ਪਸਾਰੀ ਬੈਠੇ ਦੋ ਜਣੇ ਪਤਾ ਨਹੀਂ ਕਿੱਧਰ ਉਡੰਤਰ ਹੋ ਗਏ ਸਨ। ਘਰ ਅੰਦਰ ਵੜਦਿਆਂ ਹੀ ਕੜੀਆਂ ਤੇ ਬਾਲਿਆਂ ਵਾਲੀਆਂ ਛੱਤਾਂ ਵੇਖ ਕੇ ਦਾਦੀ ਨੇ ਲੰਮਾ ਹੌਕਾ ਭਰਿਆ ਸੀ। ਤਾਈ ਭੱਜ ਕੇ ਬਾਜ਼ਾਰੋਂ ਬੌਕਰ ਲੈ ਆਈ ਸੀ ਤੇ ਫਿਰ ਤਾਈ, ਚਾਚੀ ਤੇ ਕੁੜੀ ਨੇ ਦੀ ਮਾਂ ਨੇ ਲੱਗ ਕੇ ਸਾਰੀਆਂ ਕੋਠੜੀਆਂ ਦਲਾਨ ਹੂੰਝ ਕੇ ਕੂੜਾ ਇੱਕ ਬੰਨੇ ਲਾ ਦਿੱਤਾ ਸੀ। ਦਾਦਾ ਜੀ ਥੋੜੀ ਜਿਹੀ ਮੂੰਗੀ ਦੀ ਦਾਲ ਤੇ ਚੌਲ ਲੈ ਆਏ ਸਨ। ਖਿਚੜੀ ਰਿੱਧੀ ਗਈ ਸੀ। ਰਾਤ ਨੂੰ ਸਰੋਂ ਦੇ ਤੇਲ ਦਾ ਨਿੱਕਾ ਜਿਹਾ ਦੀਵਾ ਬਾਲਿਆ ਗਿਆ ਸੀ ਤੇ ਚੱਟੂ ਮੁੱਦਾ ਕਰਕੇ ਉੱਪਰ ਰੱਖ ਦਿੱਤਾ ਗਿਆ ਸੀ। ਦੂਜੇ ਦਿਨ ਸਵੇਰੇ ਕੁਝ ਲੂਣ ਦੀਆਂ ਡਲੀਆਂ, ਸਾਬਤ ਤੇ ਧਨੀਆ ਦਾਦੀ ਖਰੀਦ ਲਿਆਈ ਸੀ ਤੇ ਨਾਲ ਹੀ ਇੱਕ ਨਿੱਕਾ ਜਿਹਾ ਚੱਟੂ ਦੇ ਮੇਚੇ ਦਾ ਡੰਡਾ ਖਰੀਦ ਲਿਆਈ ਸੀ। ਲੂਣ, ਮਿਰਚਾਂ, ਧਨੀਆ ਤਾਈ ਨੇ ਇਕੱਠਾ ਹੀ ਕੁੱਟ ਲਿਆ ਸੀ। ਦੁਪਹਿਰੇ ਚਾਚਾ ਕਿਧਰੋਂ ਸੌਣ ਆਇਆ ਸੀ ਕਿ ਪਾਕਿਸਤਾਨੋਂ ਆ ਰਹੇ ਸਿੱਖਾਂ ਤੇ ਹਿੰਦੂਆਂ ਦਾ ਕਾਫਲਾ ਬਲੋਚ ਮਿਲਟਰੀ ਨੇ ਭਾਰਤ 'ਚ ਵੜਨ ਤੋਂ ਪਹਿਲਾਂ ਹੀ ਮਾਰ ਮੁਕਾਇਆ ਸੀ। ਪਹਿਲਾਂ ਉਹਨਾਂ ਦੇ ਹਥਿਆਰ ਖੋਹ ਲਏ ਸਨ। ਸੁਣਦਿਆਂ ਹੀ ਕੁੜੀ ਦੀ ਮਾਂ ਦੜ ਗਾਟੇ ਜਾ ਪਈ ਸੀ। ਵਿਹੜੇ 'ਚ ਬੌਕਰ ਫੇਰਦੀ ਹੋਈ ਦਾਦੀ ਉੱਥੇ ਹੀ ਬੈਠ ਗਈ ਸੀ। ਦਾਦਾ ਕੰਧ ਨਾਲ ਢਾਸਣਾ ਲਾਈ ਬੈਠਾ ਇੱਕ ਟੱਕ ਅਸਮਾਨ ਵੱਲ ਵੇਖੀ ਜਾ ਰਿਹਾ ਸੀ ਤੇ ਚੁੱਪਚਾਪ। ਹਾਲੀ 2 ਦਿਨ ਵੀ ਨਹੀਂ ਸੀ ਲੰਘੇ ਕਿ ਇੱਕ ਹੋਰ ਭੈੜੀ ਖਬਰ ਆ ਪਹੁੰਚੀ ਸੀ। ਕੁੜੀ ਦਾ ਫੁੱਫੜ ਜੀ ਸਾਰੇ ਪਿੰਡ ਦਾ ਵਾਧ ਮਾਲਕ ਸੀ। ਘਰਦਿਆਂ ਤੋਂ ਬੇਜ਼ੋਰਾ ਹੋ ਕੇ ਉੱਥੇ ਰਹਿ ਗਿਆ ਸੀ। ਭੂਆ ਟੱਬਰੀ ਲੈ ਇੱਕ ਤੁੱਲੇ ਵਾਲੇ ਨੂੰ ਸੋਨੇ ਦੇ ਗਹਿਣੇ ਦੇ ਰਾਵੀ ਪਾਰ ਕਰ ਨਾਲ ਲੱਗਦੇ ਆਪਣੇ ਪੁੱਤਰ ਦੇ ਸਹੁਰਿਆਂ ਦੇ ਪਿੰਡ ਪਹੁੰਚ ਗਈ ਸੀ। ਚੌਥੇ ਦਿਨ ਦੁਪਹਿਰ ਨੂੰ ਰੇਡੀਓ ਤੋਂ ਖਬਰ ਆ ਗਈ ਸੀ ਕਿ ਕਾਫਲੇ ਦੇ ਪਹਿਲੇ ਕੁਝ ਗੱਡਿਆਂ ਦਾ ਨੁਕਸਾਨ ਹੋਇਆ ਸੀ ਤੇ ਫਿਰ ਗੋਰਖਾ ਮਿਲਟਰੀ ਪਹੁੰਚ ਗਈ ਸੀ ਤੇ ਕਾਫਲੇ ਦਾ ਚਾਰਜ ਸਾਂਭ ਲਿਆ ਸੀ। ਸਾਰਿਆਂ 'ਚ ਜਿਵੇਂ ਜਾਨ ਜੀ ਪੈ ਗਈ ਸੀ। ਦਾਦੀ ਮਾਂ ਤੇ ਤਾਈ ਨੇ ਹੁਣ ਟੁੱਟੇ ਹੋਏ ਮੰਜਿਆਂ ਦੀਆਂ ਬਾਹੀਆਂ ਤੇ ਪਾਵੇ ਜੋ ਲੁਟੇਰਿਆਂ ਤੋਂ ਬਚ ਗਏ ਸਨ ਇੱਕ ਗੁੱਠੇ ਜੋੜ ਦਿੱਤੇ ਸਨ। ਗੁਆਂਢੀ ਬਾਣੀਆਂ ਦੀ ਗਾਂ ਦਾ ਗੋਹਾ ਲਿਆ ਕੇ ਘਰ ਦੇ ਕੱਚੇ ਫਰਸ਼ਾਂ ਨੂੰ ਪੋਚਾ ਮਾਰ ਲਿਆ ਗਿਆ ਸੀ। ਚਾਚਾ ਬਾਜ਼ਾਰੋਂ ਇੱਕ ਨਲਕੇ ਵਾਲੇ ਨੂੰ ਲੈ ਆਇਆ ਸੀ ਤੇ ਨਲਕੇ ਨੂੰ ਹੱਥੀ ਤੇ ਬੋਕੀ ਪਵਾ ਕੇ ਚਾਲੂ ਕਰ ਲਿਆ ਗਿਆ ਸੀ। ਪੁਰਾਣੀ ਚੁੱਲ੍ਹ ਢਾਹ ਕੇ ਨਵੀਂ ਬਣਾ ਲਈ ਗਈ ਸੀ। ਕੁੜੀ ਦਾ ਪਿਓ ਤੇ ਭਰਾ ਵੀ ਗੱਡਾ ਲਈ ਆ ਪਹੁੰਚੇ ਸਨ। ਉਹ ਕਾਫਲੇ ਤੋਂ ਦੇ ਕਾਫੀ ਪਿੱਛੇ ਸਨ, ਇਸ ਕਰਕੇ ਬਲੋਚ ਮਿਲਟਰੀ ਦੀ ਮਾਰਕਾਟ ਤੋਂ ਬਚ ਗਏ ਸੀ। ਚਾਚਾ ਜਾ ਕੇ ਭੂਆ ਦੇ ਕੁੜਮਾਂ ਤੋਂ ਉਹਨਾਂ ਨੂੰ ਲੈ ਆਇਆ ਸੀ। ਵੱਡਾ ਮੁੰਡਾ ਉੱਥੇ ਸਹੁਰੀ ਰਹਿ ਪਿਆ ਸੀ ਤੇ ਛੋਟਿਆਂ ਦੋਵਾਂ ਨੂੰ ਭੂਆ ਨਾਲ ਲੈ ਆਈ ਸੀ। ਕੁਝ ਦਿਨ ਘਰ 'ਚ ਫੁੱਫੜ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਨ। ਉਹਦੀ ਉਦਾਰਤਾ ਤੇ ਅਣਖ ਦੀਆਂ ਗੱਲਾਂ ਹੁੰਦੀਆਂ ਰਹੀਆਂ। ਦਾਦੀ ਨੇ ਉਹਦੇ ਬੱਚੇ ਜਿਉਂਦੇ ਵਾਪਸ ਆ ਜਾਣ ਲਈ ਇੱਕ ਵੱਡੀ ਸਾਰੀ ਸੁੱਖ ਲਈ ਸੀ। ਜ਼ਿੰਦਗੀ ਜਿਵੇਂ ਰਿੜ ਪਈ ਸੀ। ਅਣਜਾਣਿਆਂ ਨੂੰ ਸਕੂਲ ਲੱਭ ਪੜ੍ਹਨੇ ਪਾਇਆ ਗਿਆ ਸੀ। ਦਿਨੇ ਉਹ ਪੜ੍ਹਨ ਜਾਂਦੇ, ਰਾਤੀ ਚੱਟੂ ਨੂੰ ਮੂਧਾ ਕਰਕੇ ਮਿੱਟੀ ਦੇ ਤੇਲ ਦਾ ਦੀਵਾ ਰੱਖ ਦੁਆਲੇ ਬੋਰੀਆਂ ਵਿਛਾ ਦਿਓ ਤੇ ਪਰੀਆਂ ਦੀਆਂ ਕਹਾਣੀਆਂ ਵਾਲੀ ਕਿਤਾਬ ਪੜ੍ਹਦੇ। ਇੱਕ ਪੜ੍ਹਦਾ ਦੂਜੇ ਸੁਣਦੇ।
ਚੱਟੂ ਹੁਣ ਸਾਰਿਆਂ ਦਾ ਸਾਂਝਾ ਸੀ, ਜਿਵੇਂ ਉਦੋਂ ਸਭ ਚੀਜ਼ਾਂ ਸਾਂਝੀਆਂ ਹੋਇਆ ਕਰਦੀਆਂ ਸਨ। ਕਦੀ ਤਾਈ ਲੂਣ ਕੁੱਟ ਰਹੀ ਹੁੰਦੀ, ਕਦੀ ਚਾਚੀ ਮਿਰਚਾਂ। ਘਰ 'ਚ ਹੁਣ ਨਿੱਕੀਆਂ ਨਿੱਕੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਚਾਚੀ ਲੂਣਦਾਨੀ ਲੈ ਆਈ ਸੀ। ਅਣਜਾਣਿਆਂ ਨੇ ਉਹਨੂੰ ਹੱਥ ਲਾ ਵੇਖਿਆ। ਦੂਜੇ ਦਿਨ ਤਾਈ ਚੱਕਲਾ ਵੇਲਣਾ ਖਰੀਦ ਲਿਆਈ ਸੀ। ਵਿਹੜੇ 'ਚ ਪਈਆਂ ਚੁਗਾਠਾਂ ਨੂੰ ਠੀਕ ਕਰਵਾ ਕੇ ਉਣ ਲਿਆ ਗਿਆ ਸੀ। ਦੀਵਾਲੀ ਵਾਲੇ ਦਿਨ ਭਾਵੇਂ ਦੀਵੇ ਤਾਂ ਨਹੀਂ ਸੀ ਜਗਾਏ ਗਏ, ਪਰ ਤਾਈ ਇੱਕ ਦੀਵਾ ਜਗਾ ਕੇ ਡਿਊਟੀ 'ਚ ਟੋਕਣ ਵਜੋਂ ਰੱਖ ਆਈ ਸੀ। ਦਾਦਾ ਜੀ ਬਾਜ਼ਾਰੋਂ ਕੇਲੇ, ਅੰਗੂਰ, ਥੋੜੀ ਮਠਿਆਈ ਲੈ ਆਏ ਸਨ। ਅਣਜਾਣੇ ਬੜੇ ਖੁਸ਼ ਸਨ। ਮੁੱਦਤਾਂ ਬਾਅਦ ਨਿਆਣਿਆਂ ਨੂੰ ਖਾਣ ਲਈ ਕੋਈ ਚੀਜ਼ ਮਿਲੀ ਸੀ। ਦਾਦੀ ਹਾਲੇ ਵੀ ਆਪਣੇ ਭਰੇ ਭੁਕੁੰਨੇ ਲੋਹੇ ਦੇ ਗਾਡਰਾਂ ਵਾਲੇ ਪੱਕੇ ਘਰ ਨੂੰ ਯਾਦ ਕਰ ਕਰ ਹੌਕੇ ਭਰਦੀ ਰਹਿੰਦੀ। ਤਾਈ ਆਪਣੇ ਨਵੇਂ ਪਾਏ ਘਰ ਦੀਆਂ ਗੱਲਾਂ ਕਰਦੀ ਰਹਿੰਦੀ, ਜਿਹਦੀ ਚੱਟ ਵੀ ਹਾਲੇ ਉਹਨੇ ਨਹੀਂ ਸੀ ਕੀਤੀ। ਮਾਂ ਸਭ ਤੋਂ ਲੁੱਕ ਆਪਣੇ ਭਰਾ ਲਈ ਰੋਂਦੀ ਰਹਿੰਦੀ। ਫਿਰ ਵੀ ਨਿੱਕੀਆਂ ਨਿੱਕੀਆਂ ਖੁਸ਼ੀ ਭਰੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਸ਼ਹਿਰ ਦੀ ਸਬਜ਼ੀ ਮੰਡੀ 'ਚ ਚਾਚੇ ਨੂੰ ਆੜਤ ਦੀ ਦੁਕਾਨ ਮਿਲ ਗਈ ਸੀ। ਫਿਰ ਸ਼ਹਿਰ ਦੇ ਗੰਦੇ ਨਾਲੇ ਵਾਲੀ ਸਾਰੀ ਜ਼ਮੀਨ ਦਾ ਠੇਕਾ ਵੀ ਮਿਲ ਗਿਆ ਸੀ। ਭੂਆ ਜੀ ਨੇ ਕਦੀ ਕੱਖ ਭੰਨ ਕੇ ਦੂਰਾ ਨਹੀਂ ਸੀ ਕੀਤਾ, ਹੁਣ ਆਪਣੀ ਕੋਠੜੀ 'ਚ ਪੋਚਾ ਫੇਰ ਰਹੀ ਹੁੰਦੀ, ਫੂਕਾ ਮਾਰ-ਮਾਰ ਚੁੱਲ੍ਹੇ 'ਚ ਅੱਗ ਬਾਲ ਰਹੀ ਹੁੰਦੀ। ਫਿਰ ਪੱਥਰ ਦਾ ਕੋਲਾ ਆ ਗਿਆ ਸੀ। ਲੋਹੇ ਦੀਆਂ ਅੰਗੀਠੀਆਂ ਨੂੰ ਮਿੱਟੀ ਥੱਪੀ ਗਈ। ਸਫਾਈ ਦੀ ਸ਼ੌਂਕਣ ਦਾਦੀ ਬਾਜ਼ਾਰੋਂ ਦੱਬ ਦੀ ਬੋਕਰ ਖਰੀਦ ਲਿਆਈ। ਉਹ ਮੂੰਹ ਨੇਰੇ ਉੱਠਦੀ ਪਿਛਲੀ ਨੇਰੀ ਕੋਠੜੀ ਤੋਂ ਲੈ ਕੇ ਤਿੰਨੇ ਕੋਠੜੀਆਂ, ਦਲਾਨ, ਵਰਾਂਡਾ ਡਿਊਟੀ ਦਿਨ ਚੜ੍ਹਨ ਤੋਂ ਪਹਿਲਾਂ ਹੀ ਹੂੰਝ ਦਿੰਦੀ। ਹੂੰਝ ਥੱਕ ਜਾਂਦੀ ਤਾਂ ਕੱਚੀ ਕੰਧ ਨਾਲ ਢਾਸਣਾ ਲਾਈ ਰੋਣ ਬਹਿ ਜਾਂਦੀ। ਠੇਕੇ ਤੇ ਲਈ ਭੋਏ 'ਚ ਕੰਮ ਚਲਾਉਣ ਲਈ ਬੀਜਾਂ ਤੇ ਮਜ਼ਦੂਰੀ ਦੀ ਲਈ ਪੈਸਿਆਂ ਦੀ ਲੋੜ ਸੀ। ਪੈਲੀਆਂ ਵਾਹੁਣ ਲਈ ਬਲਦਾਂ ਦੀ ਲੋੜ ਸੀ। ਨਗਦ ਪੈਸਾ ਕਿਸੇ ਕੋਲ ਵੀ ਨਹੀਂ ਸੀ। ਦਾਦਾ ਜੀ ਦੇ ਆਖਣ ਦੀ ਦੇਰ ਸੀ। ਤਾਈ ਨੇ ਸੋਨੇ ਦੀ ਵੰਗ, ਚਾਚੀ ਨੇ ਚਾਪ, ਮਾਂ ਨੇ ਵਾਲੀਆਂ, ਦਾਦੀ ਨੇ ਆਪਣੀ ਸੋਨੇ ਦੇ ਸਟੱਡ ਲਾਹ ਕੇ ਦਾਦਾ ਜੀ ਦੀ ਝੋਲੀ 'ਚ ਪਾ ਦਿੱਤੇ। ਹੁਣ ਚੜ੍ਹਦੇ ਸਿਆਲ ਦੀ ਧੁੱਪ 'ਚ ਬੈਠ ਕਈ ਤਰ੍ਹਾਂ ਦੇ ਫਾਰਮ ਭਰੇ ਜਾ ਰਹੇ ਸੀ। ਪਾਕਿਸਤਾਨ 'ਚ ਰਹਿ ਗਈਆਂ ਜ਼ਮੀਨਾਂ, ਜਾਇਦਾਦਾਂ ਦੇ ਵੇਰਵੇ ਲਿਖੇ ਜਾ ਰਹੇ ਹੁੰਦੇ, ਮੁੱਲ ਅੰਕੇ ਜਾ ਰਹੇ ਹੁੰਦੇ, ਮਿਲਣ ਵਾਲੇ ਅਫਜ਼ਾਨੇ ਬਾਰੇ ਕਿਆਸ ਰਾਈਆਂ ਕੀਤੀਆਂ ਜਾਂਦੀਆਂ। ਇੱਕ ਦਿਨ ਇੱਕ ਛੋਟੀ ਲਾਲਟਨ ਦਾਦਾ ਜੀ ਲੈ ਕੇ ਆਏ। ਅਣਜਾਣੇ ਲਾਲਟਨ ਦੇ ਸ਼ੀਸ਼ੇ ਨੂੰ ਉਂਗਲਾਂ ਲਾ ਵਹਿੰਦੇ ਰਹੇ ਸਨ। ਗਈ ਰਾਤ ਤੱਕ ਲਾਲਟਨ ਦੁਆਲੇ ਬੈਠੇ ਲਾਲਟਨ ਦੀਆਂ ਗੱਲਾਂ ਹੀ ਕਰਦੇ ਰਹੇ ਸਨ। ਘਰ 'ਚ ਹੁਣ ਡਾਲਡੇ ਘਿਓ ਦੀ ਪੀਪੀ ਆ ਗਈ ਸੀ। ਤਾਈ, ਚਾਚੀ ਤੇ ਦਾਦੀ ਨੇ ਪਹਿਲਾਂ ਤਾਂ ਬੜਾ ਨੱਕ ਮਰੋੜਿਆ ਸੀ। ਘਿਓ ਨੂੰ ਵਾਰੀ-ਵਾਰੀ ਸਭ ਨੇ ਸੁੰਘਿਆ ਸੀ। ਦੇਸੀ ਘਿਓ ਖਾਣ ਦੀ ਆਦਤ ਸੀ, ਪਰ ਹੌਲੀ-ਹੌਲੀ ਹੁਣ ਕਦੀ ਆਲੂਆਂ ਦੀਆਂ ਪਰੌਂਠੀਆਂ ਪੱਕ ਰਹੀਆਂ ਹੁੰਦੀਆਂ ਤੇ ਕਦੀ ਵੇਸਣ ਵਾਲੀਆਂ। ਸਵੇਰੇ-ਸਵੇਰੇ ਸਾਰੇ ਕੰਮਾਂ ਨੂੰ ਜਾਣ ਲੱਗ ਪਏ ਸਨ। ਦਾਦਾ ਜੀ ਖੱਦਰ ਦਾ ਸਵੱਛ ਸੂਟ ਪਾਈ, ਹੱਥ 'ਚ ਥੈਲਾ ਲਈ ਆੜਤ ਦੀ ਦੁਕਾਨ ਤੇ ਜਾ ਬੈਠਦੇ। ਆਉਂਦੇ ਤਾਂ ਉਹਨਾਂ ਦੇ ਥੈਲੇ 'ਚ ਕਦੀ ਅਮਰੂਦ ਹੁੰਦੇ, ਕਦੀ ਨਾਸ਼ਪਾਤੀਆਂ, ਤੇ ਉਰਦੂ ਦੀ ਅਖਬਾਰ ਉਹ ਬਾਜ਼ਾਰ 'ਚੋਂ ਖਰੀਦ ਲਿਆਉਂਦੇ। ਧੁੱਪੇ ਡੱਠੀ ਮੰਜੀ ਤੇ ਬੈਠੇ ਉਹ ਇੱਕ ਖਬਰ ਉੱਚੀ-ਉੱਚੀ ਪੜ੍ਹ ਕੇ ਸਾਰਿਆਂ ਨੂੰ ਸੁਣਾਉਂਦੇ। ਜਿੱਥੇ ਜਿਨਾਹ ਤੇ ਨਹਿਰੂ ਦਾ ਨਾਂ ਆ ਜਾਂਦਾ, ਦਾਦੀ ਦੋਵਾਂ ਨੂੰ ਗਾਲੀ ਡਹਿ ਪੈਂਦੀ। ਦਾਦਾ ਜੀ ਦੇ ਕਹਿਣ ਤੇ ਵੀ ਉਹ ਚੁੱਪ ਨਾ ਕਰਦੀ। ਤੇ ਇੱਕ ਦਿਨ ਦਾਦਾ ਜੀ ਬੋਲੀ 'ਚੋਂ ਇੱਕ ਨਿੱਕਾ ਜਿਹਾ ਸਟੂਲ ਖਰੀਦ ਲਿਆਏ ਸਨ। ਪਹਿਲਾਂ ਵਾਰੋ-ਵਾਰੀ ਉਹਦੇ ਤੇ ਰੋਟੀ ਰੱਖ ਕੇ ਸਾਰੇ ਖਾਂਦੇ ਤੇ ਰਾਤ ਨੂੰ ਅਣਜਾਣੇ ਉਹਦੇ ਤੇ ਲਾਲਟਨ ਰੱਖ ਕੇ ਪੜ੍ਹਦੇ। ਕਦੀ-ਕਦੀ ਭੂਆ ਡਾਢੀਆਂ ਸੋਚਾਂ 'ਚ ਪੈ ਜਾਂਦੀ। ਫੁੱਫੜ ਬਾਰੇ ਪਤਾ ਲੱਗਾ ਸੀ ਕਿ ਇਲਾਕੇ ਦੇ ਥਾਣੇਦਾਰ ਦੇ ਕਹਿਣ ਤੇ ਵੀ ਉਹਨਾਂ ਪਿੰਡ ਨਹੀਂ ਸੀ ਛੱਡਿਆ। ਅਖੀਰ ਉਸੇ ਥਾਣੇਦਾਰ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ। ਪੁੱਤਰ ਸਹੁਰਿਆਂ ਦਾ ਹੋ ਕੇ ਰਹਿ ਗਿਆ ਸੀ। ਕੋਲ ਜੋ ਮਾੜਾ ਮੋਟਾ ਸੀ ਉਹ ਵੀ ਮੁੱਕਣ ਤੇ ਆ ਗਿਆ ਸੀ। ਉਹ ਨਿੱਕੇ-ਨਿੱਕੇ ਸਰਫੇ ਕਰਦੀ ਰਹਿੰਦੀ। ਗੋਹੇ 'ਚ ਕੋਲਿਆਂ ਦੀ ਕੇਰ ਰਲਾ ਉਹ ਅੰਗੀਠੀ 'ਚ ਬਾਲਣ ਲਈ ਲੱਡੂ ਜੇ ਵੱਟ ਲੈਂਦੀ। ਪਰੌਂਠੀ ਦੇ ਇੱਕ ਬੰਨੇ ਘਿਓ ਲਾਉਂਦੀ, ਦੂਜਾ ਸੁੱਕਾ ਰੱਖ ਲੈਂਦੀ। ਪੈਸਿਆਂ ਬਾਰੇ ਝੂਰਦੀ ਤਾਂ ਵਿਚਕਾਰਲਾ ਭਿੰਦਰ ਠੋਡੀ ਤੇ ਹੱਥ ਰੱਖ ਕਿੰਨਾ ਚਿਰ ਸੋਚਦਾ ਰਹਿੰਦਾ। ਇੱਕ ਦਿਨ ਤਾਈ ਬਾਜ਼ਾਰੋਂ ਪੱਥਰ ਦੀ ਕੁੰਡੀ ਖਰੀਦ ਲਿਆਈ। ਲੱਕੜ ਦਾ ਪੁਰਾਣਾ ਚੱਟੂ ਹੁਣ ਬਾਲਣ ਵਾਲੀ ਗੁੱਠੇ ਸੁੱਟ ਦਿੱਤਾ ਗਿਆ ਸੀ। ਮੀਆਂ ਧੁੱਪਾਂ 'ਚ ਉਹ ਹੁਣ ਉੱਥੇ ਹੀ ਪਿਆ ਰਹਿੰਦਾ। ਕੋਈ ਮੰਜੀ ਪੀੜੀ ਟੁੱਟਦੀ ਤਾਂ ਉਹ ਵੀ ਉਸੇ ਗੁੱਠੇ ਸੁੱਟ ਦਿੱਤੀ ਜਾਂਦੀ। ਪਤਾ ਨਹੀਂ ਕਿਵੇਂ ਕਾਪੀਆਂ ਕਿਤਾਬਾਂ ਲਈ ਮਿਲੇ ਪੈਸਿਆਂ 'ਚੋਂ ਭਿੰਦਰ ਨੇ ਪੈਸੇ ਬਚਾ ਕੇ 2 ਕੁੱਕੜੀਆਂ ਖਰੀਦ ਲਿਆਂਦੀਆਂ। ਘਰ 'ਚ ਇੱਟਾਂ ਵੱਟੇ ਜੋੜ ਅਣਜਾਣਿਆਂ ਨੇ ਇੱਕ ਖੁੱਡਾ ਬਣਾ ਲਿਆ ਸੀ ਤੇ ਕੁੱਕੜੀ ਅੰਡਾ ਦਿੰਦੀ। ਅਣਜਾਣੇ ਭੱਜ ਕੇ ਦੁਆਲੇ ਹੋ ਜਾਂਦੇ। ਭਿੰਦਰ ਅੰਡਾ ਵੇਚ ਕੇ ਕਾਨਾ ਮਾਂ ਦੀ ਤਲੀ ਤੇ ਲਿਆ ਰੱਖਦਾ। ਵੱਡੇ ਭਰਾ ਨੂੰ ਰਿਫਿਊਜੀ ਹੋਣ ਕਰਕੇ ਕਾਲਜ ਵੱਲੋਂ ਇੱਕ ਬੜਾ ਖਰਵਾ ਕਾਲਾ ਕੋਟ ਮਿਲ ਗਿਆ ਸੀ ਤੇ ਸਾਰੇ ਅਣਜਾਣੇ ਉਹਨੂੰ ਵਾਰੀ-ਵਾਰੀ ਪਾ ਕੇ ਨੱਚੇ ਸਨ। ਸਵੇਰੇ ਭਰਾ ਕਾਲਜ ਪਾ ਕੇ ਚਲਾ ਜਾਂਦਾ, ਰਾਤੀ ਗੋਭੀ ਤੇ ਆਲੂਆਂ ਦੇ ਖੇਤ ਨੂੰ ਫੇਰਾ ਮਾਰਨ ਗਏ ਬਾਪੂ ਜੀ ਪਾ ਲੈਂਦੇ। ਬਾਪੂ ਜੀ ਕਿਧਰੋਂ ਇੱਕ ਤੋਕੜ ਜੀ ਮੱਝ ਲੈ ਆਏ ਸਨ ਤੇ ਭੂਆ, ਚਾਚੀ ਤੇ ਤਾਈ ਨੇ ਵਾਰੋ-ਵਾਰੀ
ਮਾਂ ਨੂੰ ਵਧਾਈ ਦਿੱਤੀ ਸੀ। ਥੋੜਾ ਥੋੜਾ ਦੁੱਧ ਸਾਰੇ ਵੰਡ ਕੇ ਪੀ ਲੈਂਦੇ, ਥੋੜਾ ਜਿੰਨਾ ਵੇਚ ਵੀ ਲੈਂਦੇ। ਹੱਥ ਰੱਤਾ ਕੁਝ ਸੌਖਾ ਹੋ ਗਿਆ ਸੀ। ਮਾਂ ਨੇ ਕੁੜੀ ਨੂੰ ਨਾਭੀ ਖੱਦਰ ਦੀ ਚਾਦਰ ਲੈ ਦਿੱਤੀ। ਭੂਆ ਦੇ ਮੁੰਡੇ ਭਿੰਦਰ ਨੂੰ ਅਜਿਹਾ ਬੁਖਾਰ ਚੜਿਆ ਕਿ ਉਤਰਨ ਦਾ ਨਾਂ ਨਹੀਂ ਸੀ ਲੈ ਰਿਹਾ। ਕੰਮ ਧੰਦੇ ਚੁਲਝੀ ਭੂਆ ਸ਼ਾਇਦ ਇਲਾਜ ਨਹੀਂ ਕਰਵਾ ਸਕੀ। ਇੱਕ ਵਾਰ ਲੱਥ ਕੇ ਫੇਰ ਚੜ ਗਿਆ ਸੀ। ਵੇਖਦਿਆਂ ਵੇਖਦਿਆਂ ਭਿੰਦਰ ਹੱਥਾਂ 'ਚੋਂ ਨਿਕਲ ਗਿਆ ਸੀ। ਨਾਲ ਹੀ ਬੰਦ ਹੋ ਗਈਆਂ ਸਨ ਦੇਵਾਂ ਤੇ ਪਰੀਆਂ ਦੀਆਂ ਕਹਾਣੀਆਂ। ਮਾਪਿਆਂ ਤੋਂ ਚੋਰੀ ਅਣਜਾਣੇ ਕੁਝ ਦਿਨ ਕੰਧਾਂ ਕੋਠਿਆਂ ਨਾਲ ਲੱਗੇ ਭਿੰਦਰ ਦੀਆਂ ਗੱਲਾਂ ਕਰਦੇ ਰਹੇ ਸਨ। ਭਰਾ ਕਾਲਜ ਸ਼ਹਿਰ ਦੇ ਦੂਜੇ ਸਿਰੇ ਤੇ ਸੀ। ਉਹ ਰੋਜ਼ ਬਾਪੂ ਜੀ ਨੂੰ ਸਾਈਕਲ ਲੈ ਕੇ ਦੇਣ ਲਈ ਆਖਦਾ, ਪਰ ਬਾਪੂ ਜੀ ਕੰਨਾਂ ਰੇੜੇ ਮਾਰ ਦਿੰਦੇ। ਭਰਾ ਰੋਟੀ ਦੀ ਅਖੀਰਲੀ ਗਰਾਈ ਨਿਗਲਦਾ ਹੀ ਦੌੜ ਪੈਂਦਾ। ਦੌੜਦਾ ਦੌੜਦਾ ਹੱਫ ਜਾਂਦਾ, ਤੁਰਨ ਲੱਗਦਾ, ਫਿਰ ਦੌੜਨ ਲੱਗਦਾ। ਦਾਦੀ ਹੁਣ ਆਪਣੇ ਪਾਕਿਸਤਾਨ ਰਹਿ ਗਏ ਘਰ ਲਈ ਅੱਗੇ ਵਾਂਗ ਹਾਈ ਕਲਾਪਨਾ ਕਰਦੀ। ਬਸ ਕਦੀ ਕਦੀ ਧੀ ਦਾ ਦੁੱਖ ਉਹਨੂੰ ਦੁਖੀ ਕਰ ਜਾਂਦਾ, ਪਰ ਹੌਲੀ ਹੌਲੀ ਇਹ ਦੁੱਖ ਵੀ ਜਿਵੇਂ ਘਟ ਗਿਆ। ਅਣਜਾਣੇ ਵੀ ਹੁਣ ਭਿੰਦਰ ਨੂੰ ਘੱਟ ਹੀ ਯਾਦ ਕਰਦੇ ਸੀ। ਇਸ ਤਰ੍ਹਾਂ 2 ਸਾਲ ਲੰਘ ਗਏ ਸਨ। ਆੜਤ ਦੀ ਦੁਕਾਨ ਹੁਣ ਪੱਕੀ ਹੋ ਗਈ ਸੀ। ਨੇੜੇ ਇੱਕ ਪਿੰਡ 'ਚ ਭੋਏ ਅਲਾਟ ਹੋ ਗਈ ਸੀ। ਕਲੇਮ ਦੇ ਪੈਸੇ ਵੀ ਮਿਲ ਗਏ ਸਨ। ਮੁੰਡੇ ਕੁੜੀਆਂ ਹੁਣ ਸ਼ਹਿਰ ਦੇ ਸਭ ਤੋਂ ਚੰਗੇ ਸਕੂਲਾਂ 'ਚ ਦਾਖਲ ਕਰਵਾ ਦਿੱਤੇ ਗਏ ਸਨ। ਵੱਡੇ ਵੀਰ ਨੂੰ ਸਾਈਕਲ ਲੈ ਦਿੱਤਾ ਗਿਆ ਸੀ। ਤਾਏ ਦੇ ਵੱਡੇ ਮੁੰਡੇ ਨੂੰ ਇੱਕ ਚੰਗੀ ਨੌਕਰੀ ਮਿਲ ਗਈ ਸੀ। ਸਾਕ ਸੈਨ ਵੀ ਲੱਭ ਲਭਾ ਕੇ ਮਿਲ ਗਏ ਸਨ। ਕਰਦਿਆਂ ਕਰਾਉਂਦਿਆਂ ਕਲੇਮ ਦੇ ਕੁਝ ਪੈਸੇ ਵੀ ਤੇ ਗੰਦੇ ਨਾਲੇ ਵਾਲੀ ਭੋਏ ਤੇ ਸਬਜ਼ੀਆਂ ਵੀ ਵਾਹ-ਵਾਹ ਵਟਕ ਹੋਣ ਲੱਗ ਪਈ ਸੀ। ਤੇ ਕੁਝ ਦਿਨਾਂ 'ਚ ਹੀ ਤਾਏ ਦੇ ਮੁੰਡੇ ਦੀ ਮੰਗਣੀ ਇੱਕ ਚੰਗੇ ਖਾਂਦੇ ਪੀਂਦੇ ਘਰਾਣੇ 'ਚ ਹੋ ਗਈ ਸੀ। ਨਾਲ ਹੀ ਵਿਆਹ ਦਾ ਸਾਇਆ ਵੀ ਪੱਕਾ ਹੋ ਗਿਆ ਸੀ ਤੇ ਕੁੜੀ ਦਾ ਸਾਰਾ ਟੱਬਰ ਵਿਆਹ ਦੀਆਂ ਤਿਆਰੀਆਂ 'ਚ ਰੁੱਝਾ ਹੋਇਆ ਸੀ। ਬਾਲਣ ਵਾਲੀ ਗੁੱਠੋਂ ਇੱਕ ਮਜ਼ਦੂਰ ਲੱਕੜੀਆਂ ਚੁੱਕ ਰਿਹਾ ਸੀ। ਤਾਏ ਦਾ ਮੁੰਡਾ ਕੁਹਾੜੇ ਨਾਲ ਖਲਪਾੜਾਂ ਪਾੜ ਰਿਹਾ ਸੀ। ਬਾਲਣ ਦੇ ਹੇਠੋਂ ਇੱਕ ਚੱਟੂ ਵਰਗੀ ਚੀਜ਼ ਨਿਕਲ ਆਈ ਸੀ, ਮਿੱਟੀ ਘੱਟੇ ਨਾਲ ਭਰੀ ਹੋਈ ਬਦਰੰਗ। ਹਾਏ, ਆਹ ਤੇ ਆਪਣਾ ਚੱਟੂ ਏ, ਚਾਚੀ ਨੇ ਪੈਰ ਨਾਲ ਰੇੜਦਿਆਂ ਕਿਹਾ ਸੀ। ਆਹੋ, ਕੁੜੀ ਭੱਜ ਕੇ ਉਹਦੇ ਤੇ ਉਲਰ ਗਈ ਸੀ। ਤੂੰ ਡਿੱਗ ਪਈ ਸਾਂ ਗੱਡੀ ਦੀ ਲਾਈਨ 'ਚ। ਤਾਈ ਖਿੜਖਿੜਾ ਕੇ ਹੱਸ ਪਈ ਸੀ। ਤੇ ਮੈਂ ਇਹਦੇ ਸਮੇਤ ਹੀ ਇਹਨੂੰ ਗੱਡੀ 'ਚ ਸੁੱਟ ਲਿਆ ਸੀ, ਚਾਚੇ ਨੇ ਕਿਹਾ। ਇਸ ਰੁੜ ਜਾਣੀ ਨੇ ਚੱਟੂ ਨਾ ਹੀ ਛੱਡਿਆ, ਭਾਵੇਂ ਗੱਡੀ ਉੱਤੋਂ ਦੀ ਲੰਘ ਜਾਂਦੀ। ਤਾਈ ਐਤਕੀ ਜ਼ੋਰ ਦੀ ਮਾਘਾ ਮਾਰ ਕੇ ਹੱਸ ਪਈ ਸੀ। ਹਾਏ, ਤੂੰ ਉਹੀ ਚੱਟੂ ਏ? ਤੇਰੀ ਹੋਏ, ਤੈਨੂੰ ਚੁੱਕੀ ਸਾਡੀ ਕੁੜੀ ਭਾਵੇਂ ਗੱਡੀ ਦੀ ਲਾਈਨ ਹੇਠ ਆ ਕੇ ਮਰ ਜਾਂਦੀ। ਤਾਏ ਦੇ ਮੁੰਡੇ ਨੇ ਕੁਹਾੜੇ ਦੇ ਇੱਕੋ ਵਾਰ ਨਾਲ ਉਹਦੇ 2 ਪਾੜ ਕਰ ਦਿੱਤੇ ਸਨ। ਸਾਰਾ ਟੱਬਰ ਇੱਕ ਵਾਰੀ ਖਿੜਖੜਾ ਕੇ ਹੱਸ ਪਿਆ। ਹੈ ਤੇਰੇ ਚੱਟੂ ਦੀ। ਤਾਏ ਦੇ ਮੁੰਡੇ ਨੇ ਇੱਕ ਹੋਰ ਜ਼ੋਰਦਾਰ ਸੱਟ ਮਾਰੀ ਸੀ। ਤੈਂ ਤੈਂ ਉਹ ਸੱਟ ਤੇ ਸੱਟ ਮਾਰੀ ਜਾ ਰਿਹਾ ਸੀ। ਚੱਟੂ ਦੀ ਫਿੰਜੜ ਵਿਹੜੇ 'ਚ ਉੱਡ ਰਹੀ ਸੀ। ਨਾਲ ਹੀ ਠਾ ਠਾ ਕਰਦਾ ਹਾਸਾ। ਯਕਦਮ ਕੁੜੀ ਵੀ ਹਾਸੇ 'ਚ ਸ਼ਾਮਲ ਹੋ ਗਈ ਸੀ। ਹੱਸ ਕੇ ਸਾਰਿਆਂ ਦੀਆਂ ਵੱਖੀਆਂ ਟੁੱਟ ਰਹੀਆਂ ਸਨ। ਸਾਹ ਨਾਲ ਸਾਹ ਨਹੀਂ ਸੀ ਪਿਆ ਰਲਦਾ। ਅੱਖਾਂ 'ਚੋਂ ਅਥਰੂ ਵਗ ਤੁਰੇ ਸਨ। ਫਿਰ ਵੀ ਸਾਰੇ ਹੱਸਦੇ ਜਾ ਰਹੇ ਸਨ। ਧੰਨਵਾਦ। ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਪੌ ਫੁੱਟ ਪਈ। ਨਸੀਮ ਅੰਮ੍ਰਿਤਸਰ ਦੇ ਨਾਜ਼ਮ ਮੁਹੰਮਦ ਐਡਵੋਕੇਟ ਦੀ ਲਾਡਲੀ ਹੁਸੈਨ ਧੀ ਸੀ ਤੇ ਕਠਾਣੀਆਂ ਦੇ ਨੰਬਰਦਾਰ ਮੁਹੰਮਦ ਯਾਸੀਨ ਦੇ ਇਕਲੌਤੇ ਪੁੱਤਰ ਕਪਤਾਨ ਵਾਰਿਸ ਮੁਹੰਮਦ ਨਾਲ ਵਿਆਹੀ ਗਈ ਸੀ। ਵਿਆਹ ਤੋਂ ਮਗਰੋਂ 1.5 ਮਹੀਨਾ ਨਵ ਵਿਵਾਹਤ ਜੋੜੇ ਨੇ ਕਸ਼ਮੀਰ 'ਚ ਬਿਤਾਇਆ ਸੀ। ਬਹੁਤਾ ਚਿਰ ਡੱਲ ਦੀ ਸੁੰਦਰ ਹਾਊਸ ਬੋਟ ਵਿੱਚ। ਕੁਝ ਚਿਰ ਪੇਕਿਆਂ ਦੇ ਰਹਿ ਕੇ ਉਹ ਆਪਣੇ ਪਤੀ ਕੋਲ ਮੇਰਠ ਛਾਉਣੀ ਚਲੀ ਗਈ ਸੀ, ਜਿੱਥੇ ਉਸ ਫੌਜੀਆਂ ਦੀਆਂ ਬੀਵੀਆਂ ਦੇ ਅਦਬ ਅਦਾਬ ਤੋਂ ਇਲਾਵਾ ਮੋਟਰ ਚਲਾਉਣੀ ਵੀ ਸਿੱਖ ਲਈ ਸੀ। ਭਾਵੇਂ ਪੇਕੇ ਤੇ ਸਹੁਰੇ ਦੋਵੇਂ ਖਾਨਦਾਨ ਕੱਟੜ ਮੁਸਲਮਾਨ ਸਨ, ਪਰ ਨੂੰਹ ਧੀ ਦੇ ਨੰਗੇ ਮੂੰਹ ਰਹਿਣ, ਨੱਚਣ ਗਾਉਣ ਆਦਿ ਨੂੰ ਮਜ਼ਹਬ ਦੇ ਖਿਲਾਫ ਹੁੰਦਿਆਂ ਵੀ ਬੁਰਾ ਨਹੀਂ ਸੀ ਮਨਾਉਂਦੇ। ਕੱਲ੍ਹ ਜਦ ਕੱਥੂ ਨੰਗਲ ਵੱਲੋਂ ਸਿੱਖਾਂ ਦੇ ਜੱਥੇ ਨੇ ਰਫਲਾਂ, ਬਰੇਨ ਗੰਨਾਂ, ਬੰਬਾਂ ਨਾਲ ਹਮਲਾ ਕੀਤਾ ਤਾਂ ਉਹ ਨਿਆਈ ਦੀਆਂ ਪਹਿਲੀਆਂ ਦੇ ਚਰਚ ਸੀ। 2 ਘੰਟੇ ਜੱਥੇ ਦੀ ਤੇ ਪਿੰਡ ਦੀ ਫੌਜੀ ਢੰਗ ਨਾਲ ਲੜਾਈ ਹੁੰਦੀ ਰਹੀ ਤੇ ਨਸੀਮ, ਜੋ ਕਦੀ ਪਿੰਡ 'ਚ ਆਈ ਘੱਟ ਹੀ ਬਾਹਰ ਨਿਕਲਦੀ ਸੀ, ਆਪਣੇ ਆਪ ਨੂੰ ਸੰਭਾਲ ਕੇ ਚਰਚ ਵੜੀ ਰਹੀ। ਗਰਮੀ ਦੇ ਡਰ ਨਾਲ ਨਸੀਮ ਦਾ ਖੂਨ ਮਾਨੋ ਪਸੀਨਾ ਹੋ ਕੇ ਵਗ ਰਿਹਾ ਸੀ। ਅਖੀਰ ਮੋਰਚਾ ਸ਼ੁਰੂ ਹੋ ਗਿਆ। ਜੱਥਾ ਦੱਖਣ ਵੱਲੋਂ ਪਿੰਡ 'ਚ ਦਾਖਲ ਹੋਇਆ ਤੇ ਵੱਢ ਟੁੱਕ ਸ਼ੁਰੂ ਹੋ ਗਈ। ਨਸੀਮ ਦਾ ਡਰ ਜਿਵੇਂ ਅਕਲ ਬਣਦਾ ਜਾ ਰਿਹਾ ਸੀ। ਉਹ ਚਰਚ ਘਿਸਰਦੀ ਪਿੰਡ ਤੋਂ ਦੂਰ ਹੁੰਦੀ ਗਈ। ਬਹੁਤੇ ਮੁਸਲਮਾਨ ਬੇਹੌਸਲਾ ਹੋ ਕੇ ਪੱਛਮ ਵੱਲ ਨੱਠ ਰਹੇ ਸਨ ਤੇ ਜੱਥਾ ਉਹਨਾਂ ਦੁਆਲੇ ਦਾਇਰਾ ਤੰਗ ਕਰ ਰਿਹਾ ਸੀ। ਨਸੀਮ ਪੂਰਬ ਵੱਲ ਨੂੰ ਹਟਦੀ ਜਾ ਰਹੀ ਸੀ, ਕਦੀ ਖਾਲ 'ਚ ਲਿਬੜਦੀ, ਕਦੀ ਸਰਕੜੇ ਨਾਲ ਪਛੀਂਦੀ, ਕਦੀ ਗਾਚੇ 'ਚ ਲੁਕਦੀ, ਕਦੀ ਨਕਾਰੀ ਸੁੰਡੀ ਵਾਂਗ ਰੀਂਗਦੀ।
ਉਹ ਰਾਤ ਦੇ ਹਨੇਰੇ 'ਚ ਇੱਕ ਖੂਹ ਲਾਗੇ ਜਾ ਪੁੱਜੀ। ਅੰਦਾਜ਼ੇ ਤੋਂ ਆਪਣੇ ਸਹੁਰਿਆਂ ਦਾ ਉੱਚਾ ਮਕਾਨ ਫਕੀਰਾਂ ਦਾ ਦੇਖ ਰਹੀ ਸੀ। ਉਹਦਾ ਖਿਆਲ ਸੀ ਕਿ ਪਿੰਡ 'ਚੋਂ ਕੋਈ ਨਹੀਂ ਬਚਿਆ ਹੋਏਗਾ। ਉਹ ਅੱਲਾ ਦਾ ਵਿਰਦ ਕਰ ਰਹੀ ਸੀ। ਗਮ ਤੇ ਦੁੱਖਾਂ ਦੇ ਹੱਲਿਆਂ 'ਚ ਉਹਨੂੰ ਇਸ ਗੱਲ ਦੀ ਠੰਡ ਸੀ ਕਿ ਉਹਦਾ ਪਤੀ ਪਿੰਡ 'ਚ ਨਾ ਹੋਣ ਕਰਕੇ ਸਹੀ ਸਲਾਮਤ ਹੈ, ਤੇ ਕੀ ਪਤਾ ਕੱਲ੍ਹ ਹੀ ਉਹ ਪਾਕਿਸਤਾਨੀ ਫੌਜ ਦੇ ਟਰੱਕ ਲੈ ਕੇ ਉਸਨੂੰ ਬਚਾਉਣ ਆ ਨਿਕਲੇ। ਪਰ ਕੱਲ੍ਹ ਤੱਕ ਉਸ ਨਾਲ ਕੀ ਨਹੀਂ ਸੀ ਹੋ ਸਕਦਾ, ਇਹ ਖਿਆਲ ਉਸ ਲਈ ਮੌਤ ਤੋਂ ਵੀ ਡਰਾਉਣਾ ਜਾਪਦਾ ਸੀ। ਮੋਏ ਕਾਫਰ, ਹੌਲੀ ਜੀ ਕਹਿ ਕੇ ਉਹ ਇਸ ਖਿਆਲ ਦੇ ਡਰ ਦੇ ਭਾਰ ਨੂੰ ਹਲਕਾ ਕਰਨਾ ਚਾਹੁੰਦੀ ਸੀ। ਉਹਦਾ ਸਹੁਰਾ ਖਤਮ, ਉਹਦੀ ਬੁੱਢੀ ਸੱਸ ਖਤਮ, ਕੌਣ ਸੀ ਜੋ ਅੱਗ ਦੇ ਤੂਫਾਨ 'ਚੋਂ ਬਚ ਕੇ ਨਿਕਲ ਸਕਦਾ? ਪਰ ਆਖਰ ਉਹ ਵੀ ਤਾਂ ਬਚ ਨਿਕਲੀ ਸੀ। ਹੋਰ ਕਿੰਨਾ ਚਿਰ ਬਚੀ ਰਹੇ, ਇਹਦਾ ਉਹਨੂੰ ਕੁਝ ਪਤਾ ਨਹੀਂ ਸੀ। ਉਹ ਆਪਣੀ ਜਾਨ ਬਚਾਉਂਦੀ ਸਿੱਖਾਂ ਹਿੰਦੂਆਂ ਦੇ ਪਿੰਡ ਮੋਹਨਪੁਰੇ ਵੱਲ ਹਟ ਰਹੀ ਸੀ। ਭਾਦੋਂ ਦੇ ਛੜਾਕਿਆਂ ਮਗਰੋਂ ਜੇ ਕਿਤੇ ਸੂਰਜ ਅੱਧਾ ਘੰਟਾ ਵੀ ਲਿਸ਼ਕ ਜਾਏ ਤਾਂ ਜਿਹੜਾ ਤਵਾੜ ਲੱਗਦਾ ਉਹਦੀ ਕੁਝ ਨਾ ਪੁੱਛੋ। ਇਸ ਹੁੱਸੜ ਵਿੱਚ ਤਾਂ ਹੰਡੇ ਬੀਤੇ ਕਰੜੇ ਕਿਸਾਨ ਵੀ ਦਿਲ ਛੱਡ ਜਾਂਦੇ ਨੇ। ਕੱਲ੍ਹ ਦੇ ਛੜਾਕੇ ਚੰਗੀ ਭੌਂ ਭਿੱਜ ਕਰ ਗਏ ਸਨ ਤੇ ਇਹੋ ਜਿਹੇ ਹੁੱਸੜ 'ਚ ਉਹਨੂੰ ਝੋਨੇ ਦੇ ਡੂੰਘੇ ਪਾਣੀ ਨਾਲ ਅੱਧ ਭਰੇ ਖੇਤਾਂ ਲਾਗਿਓਂ ਲੰਘਣਾ ਪੈ ਰਿਹਾ ਸੀ। ਚਾਨਚੱਕ ਉਹਨੂੰ ਬਹੁਤ ਸਾਰੇ ਪੈਰਾਂ ਦਾ ਖੜਾਕ ਤੇ ਵੱਟ ਦੇ ਦੁਪਾਸੜ ਉੱਗੇ ਸੰਘਣੇ ਗਾਚੇ 'ਚੋਂ ਕਈ ਸਰੀਰਾਂ ਦੇ ਖੈਸਰਨ ਦੀ ਆਵਾਜ਼ ਆਈ। ਗਾਚਾ ਢੇਰ ਪਿੱਛੇ ਰਹਿ ਗਿਆ ਸੀ ਤੇ ਚਰ ਤੇ ਗੁਆਰਾ ਕਾਫੀ ਦੂਰ ਸਨ। ਇਹ ਤੋਂ ਪਹਿਲਾਂ ਕਿ ਉਹ ਲੋਕ ਇੱਥੇ ਆਉਣ ਤੇ ਉਹਨੂੰ ਦੇਖ ਕੇ ਲੁੱਟ ਦੇ ਮਾਲ 'ਚ ਉਹਨੂੰ ਮਾਲ ਢਾਂਡੇ ਵਾਂਗ ਰਲਾ ਦੇਣ, ਉਹ ਛੋਪੜੀ ਜੀ ਤਵਾੜ ਛੱਡਦੇ ਪਾਣੀ 'ਚ ਉਤਰ ਕੇ ਲੇਟ ਗਈ। ਝੋਨਾ ਹਲੇ ਸੰਘਣਾ ਨਹੀਂ ਸੀ ਹੋਇਆ, ਪਰ ਰਾਤ ਦੇ ਹਨੇਰੇ ਨੇ ਉਹਨੂੰ ਸੰਘਣਾ ਬਣਾ ਕੇ ਨਸੀਮ ਦਾ ਸਹਾਇਕ ਬਣਾ ਦਿੱਤਾ। ਕਾਫੀ ਚਿਰ ਲੁਟੇਰੇ ਲਾਗਿਓਂ ਦੀ ਲੰਘਦੇ ਰਹੇ ਤੇ ਝੋਨੇ ਦੇ ਮੁੱਢਾਂ ਵਿਚਲੇ ਚਿੱਕੜ 'ਚੋਂ ਉਹਦੇ ਸਰੀਰ ਦੇ ਭਾਰ ਨਾਲ ਬੁਲਬੁਲੇ ਉੱਠ ਕੇ ਉਹਦੇ ਲਾਗੇ ਪਾਟਦੇ ਰਹੇ। ਤਵਾੜ ਦੇ ਹਵਾੜ ਨੇ ਨਸੀਮ ਵਰਗੀ ਛੋਰੀ ਨੂੰ ਨੀਮ ਬੇਹੋਸ਼ ਕਰ ਦਿੱਤਾ ਸੀ, ਪਰ ਮੌਤ ਤੇ ਉਸ ਤੋਂ ਵੀ ਵੱਧ ਉਧਾਲੇ ਤੇ ਖੂਨੀ ਬੇਪਤੀ ਤੋਂ ਬਚ ਨਿਕਲਣ ਦੇ ਖਿਆਲ ਨੇ ਉਹਨੂੰ ਪੂਰੀ ਤਰ੍ਹਾਂ ਬੇਹੋਸ਼ ਨਾ ਹੋਣ ਦਿੱਤਾ। ਆਖਰ ਲੁਟੇਰਿਆਂ ਦਾ ਜਲੂਸ ਮੁੱਕਾ। ਨਸੀਮ ਨੇ ਸੰਘਣੇ ਹਨੇਰੇ ਵਿੱਚੋਂ ਵੀ ਆਪਣੇ ਪਿੰਡ ਦਿਆਂ ਜਵਾਨਾਂ ਤੇ ਕੁੜੀਆਂ ਨੂੰ ਨੇਜ਼ੀਆਂ ਅੱਗੇ ਲਾ ਕੇ ਹੱਕੇ ਜਾਂਦਿਆਂ ਵੇਖ ਹੀ ਲਿਆ ਸੀ। ਉਹ ਇਸ ਥਾਂ ਤੋਂ ਇੱਕ ਪਾਸੇ ਹਟ ਗਈ। ਮਲਿਆਂ ਤੇ ਕੰਡਿਆਂ ਚੜ ਕੇ ਉਹਦੀ ਰੇਸ਼ਮੀ ਸਲਵਾਰ ਦੀਆਂ ਲੀਰਾਂ ਲੱਥ ਗਈਆਂ। ਆਖਰ ਉਹ ਇੱਕ ਦੋਹਟੇ ਤੇ ਪੁੱਜੀ, ਜਿਸ ਤੇ ਉਹ ਆਪ ਤਾਂ ਕਦੀ ਨਹੀਂ ਆਈ, ਪਰ ਜਿਹਦੇ ਬਾਰੇ ਉਹਨੇ ਸੁਣਿਆ ਸੀ ਕਿ ਉਹ ਪਿੰਡ ਦੀ ਹੱਦ ਤੇ ਹੈ। ਉਹਨੇ ਸੁਣਿਆ ਹੋਇਆ ਸੀ ਕਿ ਉਹਨਾਂ ਖੇਤਾਂ 'ਚ ਇੱਕ ਖੜੱਪਾ ਰਹਿੰਦਾ ਜੋ ਕਈ ਵਾਰ ਮਗਰ ਵੀ ਪੈ ਜਾਂਦਾ। ਲੁਟੇਰੇ ਉਸ ਪਾਸੇ ਵੱਲ ਨਹੀਂ ਸਨ ਆ ਰਹੇ। ਜ਼ਹਿਰੀਲੇ ਖੜੱਪੇ ਦੀ ਜੂਹ ਨੂੰ ਉਸ ਆਪਣਾ ਰੱਖਿਆ ਸਥਲ ਸਮਝਿਆ। ਉਹ ਡਰਦੀ ਮਾਰੀ ਉੱਥੋਂ ਹਟੀ ਨਾ। ਖੂਹ ਤੋਂ ਜ਼ਰਾ ਕੁ ਹਟਵੇਂ ਇੱਕ ਪੱਠਿਆਂ ਦੇ ਟੱਕ ਦੀ ਆੜ 'ਚੋਂ ਨਿਸ਼ਚਿੰਤ ਲੰਮੀ ਪੈ ਗਈ। ਉਹਦੇ ਸਰੀਰ ਨਾਲ ਉਹਦੇ ਚਿੱਕੜ ਲਿਬੜੇ ਕੱਪੜੇ ਚੰਬੜੇ ਸਨ। ਉਹ ਸਿਰ ਹੇਠਾਂ ਬਾਂਹ ਦੇ ਕੇ ਸਿਤਾਰਿਆਂ ਵੱਲ ਵੇਖ ਰਹੀ ਸੀ, ਜਿਨ੍ਹਾਂ ਨੂੰ ਕਦੀ-ਕਦੀ ਹਨੇਰੇ ਬੱਦਲਾਂ ਦੇ ਟੁਕੜੇ ਕੱਜ ਲੈਂਦੇ ਸਨ। ਉਹਨਾਂ ਦੇ ਲੰਘ ਜਾਣ ਮਗਰੋਂ ਇਉਂ ਪ੍ਰਤੀਤ ਹੁੰਦਾ ਸੀ ਕਿ ਉਹ ਵਧੇਰੀ ਸ਼ਾਨ ਨਾਲ ਚਮਕ ਪਏ ਹਨ। ਆਪਣੀ ਕਿਸਮਤ ਦੇ ਸਿਤਾਰੇ ਤੇ ਵੀ ਦੁੱਖਾਂ ਤੇ ਗਮਾਂ ਦੇ ਅਸਥਾਈ ਬੱਦਲ ਛਾਏ ਵੇਖਣ ਲੱਗੇ। ਖੜੱਪੇ ਦਾ ਖਿਆਲ ਆਉਂਦਿਆਂ ਉਹਨੂੰ ਰਹਿ ਕੇ ਆਉਂਦਾ, ਪਰ ਉਹਨੂੰ ਭੈ ਭੀਤ ਕਰਨ ਦੀ ਥਾਂ ਦ੍ਰਿੜ ਬਣ ਜਾਂਦਾ। ਟਿੱਡੀਆਂ ਦੀ ਆਵਾਜ਼ 'ਚੋਂ ਕਈ ਵਾਰ ਸੱਪ ਦੀ ਟਿਚਕਾਰੀ ਵੀ ਨਿਖੇੜਦੀ, ਪਰ ਕੋਈ ਸੱਪ ਉਹਦੇ ਕੋਲ ਨਾ ਆਉਂਦਾ। ਕਈ ਵਾਰ ਘਾਹ ਤੇ ਟਿੱਡੇ ਟਪੂਸੀ ਮਾਰ ਕੇ ਉਹਦੀਆਂ ਕੋਮਲ ਗੱਲਾਂ ਨਾਲ ਟਕਰਾਉਂਦੇ। ਉਹ ਆਪਣੀਆਂ ਮਖਮਲੀ ਉਂਗਲਾਂ ਦੇ ਪੁੱਠੇ ਪੋਟਿਆਂ ਨਾਲ ਉਹਨਾਂ ਨੂੰ ਝਾੜ ਸੁੱਟਦੀ। ਕੀੜਿਆਂ ਮਕੌੜਿਆਂ ਦੀ ਬੇਰਹਿਮੀ ਉਹਨੂੰ ਚੇਤਨ ਮਨੁੱਖ ਦੀ ਨਿਰਦੈਤਾ ਤੇ ਭੈੜੀ ਨਹੀਂ ਸੀ ਜਾਪਦੀ। ਉਹਨੂੰ ਸ਼ੇਕਸਪੀਅਰ ਦਾ ਉਹ ਗੀਤ ਯਾਦ ਆਇਆ ਜੋ ਉਹਨੇ ਐਜ਼ ਯੂ ਲਾਈਕ ਇਟ ਵਿੱਚ ਡਿਊਕ ਦੇ ਮੂੰਹੋਂ ਗਵਾਇਆ। ਵਗ ਸਿਆਲ ਦਿਆ ਠੱਕਿਆ, ਤੂੰ ਓਨਾ ਨਿਰਦੈ ਨਹੀਂ ਹੈ। ਤੇ ਅੱਗੇ ਉਹਨੇ ਜੋੜਿਆ, ਜਿੰਨਾ ਮਜ਼ਹਬ ਦਾ ਕੱਟੜ ਵਿਸ਼ਵਾਸੀ। ਉਹ ਅੱਜ ਆਪਣੀ ਲੀਗੀ ਕੱਟੜ ਪਾਲਿਸੀ ਤੋਂ ਹੇਠਾਂ ਉੱਤਰ ਜਾਂ ਸ਼ਾਇਦ ਉੱਪਰ ਉੱਠ ਕੇ ਸੋਚ ਰਹੀ ਸੀ। ਸੋਚਦਿਆਂ ਸੌਂ ਗਈ। ਕਹਿੰਦੇ ਨੇ ਨੀਂਦ ਤੇ ਸੂਲੀ ਤੇ ਵੀ ਆ ਜਾਂਦੀ ਏ। ਜੀਵਨ ਰੱਖਿਆ ਲਈ ਤਨ ਮਨ ਦੀਆਂ ਸਾਰੀਆਂ ਸ਼ਕਤੀਆਂ ਖਰਚ ਕੇ ਕੀਤੇ ਉਹਦੇ ਉਤਸ਼ਾਹੀ ਉਦਮ ਨੇ ਉਹਨੂੰ ਵੱਢ ਤੇ ਖੁੰਘਾਂ ਤੇ ਵੀ ਘੂਕ ਸੁਆ ਦਿੱਤਾ। ਉਹ ਦਿਨ ਚੜੇ ਤੱਕ ਸੁੱਤੀ ਰਹੀ। ਅੱਬੜਵਾਈ ਰੌਲਾ ਪਾਉਂਦੀ ਉੱਠੀ, ਇਹ ਜ਼ੁਲਮ ਨਾ ਕਰਿਓ, ਮੈਂ ਮਾਂ ਬਣਨ ਵਾਲੀ ਹਾਂ। ਉਹਨੇ ਦੇਖਿਆ ਦਿਨ ਚੜ੍ਹ ਆਇਆ ਸੀ। ਇੱਥੋਂ ਤੱਕ ਕਿ ਸੂਰਜ ਦੀਆਂ ਕਿਰਨਾਂ ਉਹਦੇ ਮੂੰਹ ਤੇ ਪਈ ਤਰੇਲ ਨੂੰ ਸੁਕਾ ਗਈਆਂ ਸਨ। ਭਾਵੇਂ ਉਹਦੇ ਸਰੀਰ ਨਾਲ ਲੱਗੇ ਚੀਥੜੇ ਹਾਲੇ ਵੀ ਸਿੱਲੇ ਸਨ। ਉਹਨੇ ਉੱਠਣ ਦਾ ਯਤਨ ਕੀਤਾ, ਪਰ ਉਹ ਤੋਂ ਉੱਠਿਆ ਨਾ ਗਿਆ। ਉਹਨੂੰ ਇਸ ਤਰ੍ਹਾਂ ਜਾਪਿਆ ਜਿਸ ਤਰ੍ਹਾਂ ਖੜੱਪਾ ਉਹਦਾ ਸਾਹ ਸੱਤ ਪੀ ਗਿਆ।
ਉਸ ਵਿਚਾਰੀ ਨੂੰ ਕੀ ਪਤਾ ਕਿ ਧਰਮ ਵਾਂਗ ਖੁਸ਼ਨੁਮਾ ਸਣ ਦੇ ਬਸੰਤੀ ਗੁੱਛੇਦਾਰ ਫੁੱਲਾਂ ਵਾਲੇ ਹਰੇਕ ਚਾਹ ਬੂਟਿਆਂ ਦੀ ਵਾੜ ਨੇ ਜੋ ਨਾਲ ਦੀ ਪਹਿਲੀ ਦੇ ਦੁਆਲੇ ਉੱਗੇ ਸਨ, ਉਹਦੇ ਨੈਣ ਪ੍ਰਾਣ ਜਕੜ ਲਏ ਸਨ। ਆਖਰ ਉਹ ਆਪਣੇ ਸਾਰੇ ਸਰੀਰ ਤੇ ਮਨ ਤੇ ਬਲ ਨੂੰ ਸਰੀਰ 'ਚ ਕੇਂਦਰਿਤ ਕਰਕੇ ਉੱਠੀ ਤੇ ਆਪਣਾ ਆਪ ਨੂੰ ਬਹੁਤ ਖਤਰੇ 'ਚ ਸਮਝ ਕੇ ਚਰਚ ਜਾ ਵੜੀ। ਲੋਕੀ ਦਿਨ ਦੇ ਚਾਨਣ 'ਚ ਲੁੱਟ ਦਾ ਮਾਲ ਲੈ ਕੇ ਥੋੜ੍ਹੀ ਕੁ ਵਿੱਥ ਤੋਂ ਲੰਘ ਰਹੇ ਸਨ, ਹਿੰਦੂ ਵੀ ਸਿੱਖ ਵੀ। 2-3 ਬੰਦੇ ਕੁਰਾਏ ਪੈ ਕੇ ਉਸ ਖੇਤ ਦੇ ਲਾਗਿਓਂ ਵੀ ਲੰਘੇ। ਇੱਕ ਕਹਿ ਰਿਹਾ ਸੀ, ਰਾਤੀ ਮੁਸਲਿਆਂ ਦੀਆਂ ਪੈਲੀਆਂ ਨੂੰ ਹੱਥ ਲਾ ਦਿਓ ਤੇ ਪੱਠੇ ਵੱਢ ਕੇ ਲੈ ਚੱਲੋ। ਦੂਜੇ ਨੇ ਕਿਹਾ, ਹਾਲਾਂ ਤੇ ਮਾਲ ਦੀ ਲੁੱਟ ਬਥੇਰੀ ਹੈ, ਕਈ ਪਿੰਡ ਹਾਲੇ ਮੁਸਲਿਆਂ ਦੇ ਮਾਰਨ ਵਾਲੇ ਨੇ ਤੇ ਜਨਾਨੀ ਤੇ ਸਾਡੇ ਹੱਥ ਆਈ ਨਹੀਂ ਮੱਖ ਕੋਈ। ਤੀਜੇ ਕਿਹਾ, ਮਾਈ ਮੁਸਲੀਆਂ ਕਈ ਤੇ ਨਿਰਾ ਪਰਸਤਾਨ ਹੀ ਨੇ। ਪਹਿਲਾ ਬੋਲਿਆ, ਮੱਝਾਂ ਸਿਆ ਤੂੰ ਚੰਗਾ ਵੈਲੀ, ਪੱਠਾ ਦੱਥਾ ਵੀ ਨਹੀਂ ਉਹ ਛੱਡਣਾ, ਅਸੀਂ ਤੇ ਇਹਨਾਂ ਦੀਆਂ ਫਸਲਾਂ ਵੀ 4 ਛੱਡਣੀਆਂ ਨੇ। ਵਾਹਿਗੁਰੂ ਨੇ ਮੌਕਾ ਬਣਾਇਆ ਗੁਰੂ ਦੇ ਪੁੱਤਾਂ ਨੂੰ ਬਦਲਾ ਲੈਣ ਦਾ। ਨਸੀਮ ਨੇ ਫਨੀਅਰ ਸੱਪ ਵਾਲੇ ਖੇਤ ਵੀ ਖਤਰੇ ਤੋਂ ਖਾਲੀ ਨਾ ਸਮਝੇ। ਉਹ ਸੋਚਿਆ ਕਿਤੇ ਦਿਨ ਵੇਲੇ ਹੀ ਕੋਈ ਮੇਰੇ ਵਾਲੇ ਖੱਤੇ ਦਾਤਰੀ ਨਾ ਪਾ ਦੇ। ਆਲੇ ਦੁਆਲੇ ਦੇਖਿਆ, ਖੂਹ ਤੇ ਲਾਗੇ 2 ਮੂਸਲ ਸਨ। ਇੱਕ ਨੂੰ ਹੱਥ ਲੱਗਾ ਹੋਇਆ ਸੀ ਤੇ ਹੇਠਾਂ ਗੋਲ ਮਘੋਰਾ ਸੀ। ਆਲੇ ਦੁਆਲੇ ਕੋਈ ਨਾ ਦੇਖ ਕੇ ਉਹ ਜੀ ਭਿਆਣੀ ਮੂਸਲ ਵਿੱਚ ਜਾ ਵੜੀ। ਇਹ ਉਹਨੇ ਇੱਕ ਬੜੀ ਭਾਰੀ ਗਲਤੀ ਕੀਤੀ, ਪਰ ਇਹ ਨਾ ਕਰਦੀ ਤੇ ਕੀ ਕਰਦੀ। ਸਾਰਾ ਦਿਨ ਲੋਕ ਲੁੱਟ ਦੇ ਮਾਲ ਦੀ ਰਹਿੰਦ ਖੂੰਦ ਢੋਂਦੇ ਰਹੇ। ਉਸ ਲਈ ਬਾਹਰ ਨਿਕਲਣਾ ਅਸੰਭਵ ਹੋ ਗਿਆ। ਹਵਾ ਰੁਕੀ ਸੀ। ਹੁੱਸੜ ਨੇ ਮੂਸਲ ਨੂੰ ਲੋਹਾ ਢਾਲਣ ਵਾਲੀ ਭੱਠੀ ਬਣਾ ਦਿੱਤਾ। ਨਸੀਮ ਨੂੰ ਮਾਲੂਮ ਹੁੰਦਾ ਸੀ ਕਿ ਉਹਦਾ ਸਰੀਰ ਮੋਮ ਦਾ ਹੈ ਤੇ ਹੌਲੀ-ਹੌਲੀ ਪੰਘਰ ਕੇ ਘਟ ਰਿਹਾ, ਪਰ ਉਹ ਰਾਤ ਦੇ ਸੁਪਨੇ ਨੂੰ ਜਾਗਰਤ ਜੀਵਨ 'ਚ ਯਾਦ ਦੇ ਪਰਦੇ ਤੇ ਸਾਕਾਰ ਕਰਕੇ ਦੇਖਣ ਲਈ ਮਜਬੂਰ ਸੀ। ਇੱਕ ਅਜੀਬ ਅਨਹੋਣਾ ਨਜ਼ਾਰਾ ਸੀ। ਧਰਤੀ ਤੇ ਵਿਸ਼ਾਲ ਪੱਧਰ ਮੈਦਾਨ ਦੇ ਵਿਚਕਾਰ ਇੱਕ ਲੀਕ ਵਹੀ ਸੀ। ਲੀਕ ਦੇ ਪੱਛਮ ਵੱਲ ਲਿਖਿਆ ਸੀ ਪਾਕਿਸਤਾਨ ਤੇ ਪੂਰਬ ਵੱਲ ਸੀ ਹਿੰਦੁਸਤਾਨ। ਉਹ ਹਿੰਦੁਸਤਾਨ ਵਿੱਚ ਸੀ। ਪਾਕਿਸਤਾਨ ਵਿੱਚ ਹਿੰਦੂ ਸਿੱਖ ਔਰਤਾਂ ਤੇ ਬੱਚੀਆਂ ਦੀਆਂ ਭੇਡਾਂ ਵਾਂਗ ਬੋਲੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਖਰੀਦਦਾਰ ਉਹਨਾਂ ਨੂੰ ਚੰਗੀ ਤਰ੍ਹਾਂ ਟੋ ਕੇ ਦੇਖ ਰਹੇ ਸਨ। ਹਿੰਦੁਸਤਾਨ 'ਚ ਔਰਤਾਂ ਤੇ ਬੱਚੀਆਂ ਨੂੰ ਨੰਗੀਆਂ ਕਰਕੇ ਤਿੱਖਿਆਂ ਬਰਛਿਆਂ ਦੇ ਜ਼ੋਰ ਸ਼ਰੇ ਬਾਜ਼ਾਰ ਨਚਾਇਆ ਜਾ ਰਿਹਾ ਸੀ। ਕਿੱਡਾ ਖੌਫਨਾਕ ਸੀ ਇਹ ਨਾਚ। ਲੋਕ ਹੱਸ ਰਹੇ ਸਨ। ਪਾਕਿਸਤਾਨ 'ਚ ਗੱਡੀਆਂ 'ਚ ਪਿਆਸੇ ਹਿੰਦੂ ਸਿੱਖਾਂ ਨੂੰ ਪੀਣ ਲਈ ਪਾਣੀ ਵੀ ਨਹੀਂ ਮਿਲ ਸਕਦਾ। ਹਿੰਦੁਸਤਾਨ 'ਚ ਮੁਸਲਿਮ ਮਾਵਾਂ ਬੱਚਿਆਂ ਨੂੰ ਜਿੰਦਾ ਰੱਖਣ ਲਈ ਆਪਣੇ ਸਰੀਰ ਦਾ ਹੀ ਗੰਦਾ ਪਾਣੀ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਰਹੀਆਂ ਸਨ। ਪਾਕਿਸਤਾਨ 'ਚ ਹਿੰਦੂ ਸਿੱਖ ਬੱਚੇ ਨੇਜ਼ਿਆਂ 'ਚ ਪਰੋ ਕੇ ਮਾਵਾਂ ਨੂੰ ਪਿੱਛੇ ਲਾ ਕੇ ਜਲੂਸ ਕੱਢੇ ਜਾ ਰਹੇ ਸਨ। ਹਿੰਦੁਸਤਾਨ 'ਚ ਬੱਚਿਆਂ ਸਾਹਮਣੇ ਉਹਨਾਂ ਦੀਆਂ ਜਵਾਨ ਮਾਵਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ ਤੇ ਹਿੰਦੂ ਸਿੱਖ ਤੀਵੀਆਂ ਹੀ ਵੇਖ ਕੇ ਇੱਕ ਜ਼ਾਲਮ ਖੁਸ਼ੀ ਦਾ ਵਹਿਸ਼ੀ ਹਾਸਾ ਹੱਸ ਰਹੀਆਂ ਸਨ। ਸੁਪਨੇ 'ਚ ਡਿੱਠੇ ਨਜ਼ਾਰੇ ਇੰਨੇ ਖੂਨ ਭਰੇ ਤੇ ਗੰਦ ਨਾਲ ਲਿਬੜੇ ਸਨ। ਕਾਊ ਬਾਏ ਤੇ ਡਕੈਤੀ ਦੀਆਂ ਫਿਲਮਾਂ ਦੀ ਤੇ ਦਿਲ ਪਾੜ ਦੁਖੀ ਕਥਾਵਾਂ ਦੀ ਚਾਹਵਾਨ ਹੋਣ ਦੇ ਬਾਵਜੂਦ ਹੁਣ ਉਹਨਾਂ ਦੇ ਸੁਪਨੇ ਤੇ ਨਜ਼ਾਰਿਆਂ ਨੂੰ ਜਾਗਰਤ ਕਲਪਨਾ ਦੇ ਸਾਹਮਣੇ ਵੇਖਣ ਦਾ ਹਿਆ ਨਸੀਮ ਨਹੀਂ ਸੀ ਕਰਦੀ। ਪਰ ਇਹ ਤੇ ਇਹਨਾਂ ਤੋਂ ਵੀ ਭਿਆਨਕ ਤੇ ਦਿਲ ਹਿਲਾਊ ਘਟਨਾਵਾਂ ਆਮ ਘਟਨਾਵਾਂ ਵਾਂਗ ਹਿੰਦੁਸਤਾਨ ਤੇ ਪਾਕਿਸਤਾਨ 'ਚ ਜਿੱਦੋ ਜਿੱਦੀ ਹੋ ਰਹੀਆਂ ਸਨ। ਇੱਥੇ ਉਹਦੇ ਸੁਪਨੇ ਨੇ ਟੁੱਟ ਕੇ ਉਹਦਾ ਛੁਟਕਾਰਾ ਕਰ ਦਿੱਤਾ ਸੀ, ਪਰ ਅਸਲ 'ਚ ਉਸ ਮਕਾਰ ਫਰੰਗੀ ਦੀ ਵਾਹੀ ਲੀਕ ਤੇ ਦੁਪਾਸੜ ਕਿਸੇ ਬਾਬੇ ਦੇ ਕਿਸੇ ਪੋਤੀ ਦੀ ਇਹੋ ਜਿਹੀ ਬੇਨਤੀ ਨਹੀਂ ਸੀ ਸੁਣੀ। ਇੱਕ ਪਾਸੇ ਮੁਸਲਮਾਨ ਸਨ, ਦੂਜੇ ਪਾਸੇ ਹਿੰਦੂ ਸਿੱਖ, ਸਾਰੇ ਰੱਬ ਰਹੀਮ ਦਿਆਲੂ ਪਰਮਾਤਮਾ ਤੇ ਵਾਹਿਗੁਰੂ ਦੇ ਪਿਆਰੇ। ਨਸੀਮ ਹੁਣ ਨਾਂ ਦੀ ਨਸੀਮ ਸੀ। ਉਹ ਸੜ ਰਹੀ ਸੀ। ਉਹਦਾ ਗਲਾ ਸੁੱਕ ਗਿਆ। ਉਹਦਾ ਜੀ ਕਰਦਾ ਉਹ ਕੁੱਤੇ ਵਾਂਗ ਜੀਭ ਲਮਕਾ ਲਵੇ। ਉਸ ਮੂਸਲ ਦੇ ਅੰਦਰਲੇ ਦੋਜ਼ਖ ਵਿੱਚੋਂ ਬਾਹਰ ਨਿਕਲਣਾ ਚਾਹੁੰਦੀ ਸੀ, ਪਰ ਬਾਹਰ ਵੀ ਤਾਂ ਦੋਜ਼ਖ ਦੀ ਭਾਅ ਦੂਣੀ ਭੜਕ ਰਹੀ ਸੀ। ਜੀਵਨ ਆਸ ਦੇ ਸਹਾਰੇ ਬੜਾ ਪਿਆਰਾ ਹੁੰਦਾ ਹੈ। ਬਾਹਰ ਨਾ ਨਿਕਲਣਾ ਚਾਹੁੰਦਿਆਂ ਵੀ ਉਹਨੂੰ ਬਾਹਰ ਨਿਕਲਣਾ ਹੀ ਪਿਆ। ਉਹਨੂੰ ਇਹ ਮਹਿਸੂਸ ਹੋਇਆ ਘੁੱਪ ਹਨੇਰੀ ਨਰਕ ਦੀ ਖੁੰਦਰ 'ਚ ਫੁੰਕਾਰੇ ਵੱਜ ਰਹੇ। ਰਾਤੀ ਉਹਨੂੰ ਖੇਤਾਂ 'ਚ ਸੁੱਤਿਆਂ ਕਿਸੇ ਫਨੀਅਰ ਦਾ ਡਰ ਨਹੀਂ ਸੀ ਆਇਆ, ਪਰ ਹੁਣ ਉਹ ਇੰਨੀ ਭੈਭੀਤ ਹੋ ਗਈ ਕਿ ਉਸ ਮਘੋਰੇ 'ਚੋਂ ਨਿਕਲਣਾ ਹੀ ਉਸ ਲਈ ਅਸੰਭਵ ਹੋ ਗਿਆ ਸੀ। ਦਿਨ ਭਰ ਦੀ ਗਰਮੀ ਤੇ ਹੁੱਸੜ ਨੇ ਉਹਦਾ ਲਹੂ ਨਿਚੋੜ ਲਿਆ, ਪਰ ਜੋ ਰਹਿੰਦਾ ਖੂੰਦਾ ਸੀ ਵੀ ਉਹਨੂੰ ਨਾੜਾਂ 'ਚ ਜੰਮ ਗਿਆ ਜਾਪਿਆ। ਉਹ ਬੇਹਿੱਸ ਉੱਥੇ ਹੀ ਪਈ ਰਹੀ। ਆਖਰ ਉਹਨੂੰ ਕੁਝ ਚਿਰ ਮਗਰੋਂ ਫੁੰਕਾਰਿਆਂ ਦੀ ਆਵਾਜ਼ ਆਉਣੀ ਬੰਦ ਹੋਈ। ਉਸ 'ਚ ਵੀ ਜਾਨ ਨਵੇਂ ਸਿਰਿਓਂ ਸਰਕੀ। ਹੌਲੀ ਰੀਂਗ ਕੇ ਮਘੋਰੇ ਦੇ ਪੈਰ ਘਟਦੇ ਚਾਨਣ ਵੱਲ ਵਧਣ ਲੱਗੀ। ਉਹ ਆਪਣਾ ਸਿਰ ਬਾਹਰ ਕੱਢਿਆ ਤੇ ਫਿਰ ਆਪਣਾ ਧੜ ਤੇ ਫਿਰ ਝਾਟੀ। ਉਸ ਆਪਣੀਆਂ ਲੱਤਾਂ ਇਕੱਠੀਆਂ ਕਰਕੇ ਡੱਡੂ ਵਾਂਗ ਟਪੋਸੀ ਲਾਈ ਤੇ ਦੂਰ ਜਾ ਪਈ। ਹੋਸ਼ ਸੰਭਾਲ ਕੇ ਉਸ ਚਾਰੇ ਪਾਸੇ ਵੇਖਿਆ।
ਤਰਕਾਲਾਂ ਪੈਣ ਵਾਲੀਆਂ ਸਨ। ਲਾਗੇ ਕੋਈ ਨਹੀਂ ਸੀ, ਖਬਰੇ ਕਿਸੇ ਹੋਰ ਮੋਰਚੇ ਤੇ ਇਕੱਠ ਜੁੜਿਆ ਹੋਵੇ। ਖੂਹ ਦੀਆਂ ਟਿੰਡਾਂ ਚੋ ਚੋ ਕੇ ਸਭ ਖਾਲੀ ਪਈਆਂ ਸਨ। ਨਸੀਮ ਅੰਦਰ ਲੱਗੀ ਤ੍ਰੇਹ ਦੀ ਅੱਗ ਨੂੰ ਬੁਝਾਉਣ ਲਈ ਪਾਣੀ ਲੱਭ ਰਹੀ ਸੀ। ਖੂਹ ਭਾਰਾ ਸੀ, ਉਸ ਕੋਲੋਂ ਗਿੜ ਨਹੀਂ ਸੀ ਸਕਦਾ, ਤੇ ਜੇ ਗਿੜ ਵੀ ਸਕਦਾ ਹੁੰਦਾ ਤਾਂ ਖੜਾਕ ਨਾਲ ਕਿਸੇ ਲੁਟੇਰੇ ਨੂੰ ਉੱਥੇ ਖਿੱਚ ਲਿਆਉਣ ਦੇ ਡਰ ਤੋਂ ਨਾ ਗੇੜਦੀ। ਕੱਚੇ ਔਲੂ 'ਚ ਕੁਝ ਪਾਣੀ ਜਮ੍ਹਾਂ ਸੀ। ਉਹਨੇ ਬੁੱਕ ਭਰ ਭਰ ਕੇ ਪਾਣੀ ਪੀਤਾ ਤੇ ਉਹਨੂੰ ਆਬੇ ਹਯਾਤ, ਜ਼ਿੰਦਗੀ ਨਵੇਂ ਸਿਰਿਓਂ ਦੇਣ ਵਾਲਾ ਪਾਣੀ ਸਮਝਿਆ। ਉਹਨੂੰ ਕੀ ਪਤਾ ਸੀ ਦਿਨੇ ਉਸ ਔਲੂ ਵਿੱਚੋਂ ਕੁੱਤੇ ਪਾਣੀ ਲੱਭਦੇ ਰਹੇ ਸਨ। ਉਹ ਜਾਣਦੀ ਵੀ ਹੁੰਦੀ ਤਾਂ ਇਹ ਤੋਂ ਸਿਵਾ ਹੋਰ ਕੀ ਕਰਦੀ। ਅਚਾਨਕ ਉਹਨੂੰ ਲਾਗਲੀ ਪੈਲੀ ਦੇ ਟੱਕ 'ਚੋਂ ਆਵਾਜ਼ ਆਈ, ਕਿਹੜੀ ਐ ਤੂੰ? ਜਰਾ ਇੱਧਰ ਆਈ, ਪੱਠਿਆਂ ਨੂੰ ਹੱਥ ਪੁਆਈ। ਨਸੀਮ ਨੇ ਅੱਧ ਕੁ ਮਿੰਟ ਸੋਚਿਆ। ਉਧਰੋਂ ਫੇਰ ਆਵਾਜ਼ ਆਈ, ਆਉਂਦੀ ਨਹੀਂ? ਕੌਣ ਹੈ ਤੂੰ? ਨਸੀਮਾ ਨੇ ਆਵਾਜ਼ ਜਿੱਧਰੋਂ ਰਾਤੀ ਆਈ ਸੀ ਉਸੇ ਪਾਸੇ ਉੱਠ ਦੌੜੀ। ਪੱਠਿਆਂ ਵਾਲਾ ਦਾਤਰੀ ਭਰੀ 'ਚੋਂ ਖਿੱਚ ਕੇ ਪੱਠਿਆਂ ਦੇ ਉੱਤੋਂ ਦੀ ਭੱਜਾ। ਨਸੀਮ ਘਬਰਾਈ, ਉਹਦੀ ਚਾਲ ਨਾ ਸਮਝ ਸਕੀ। ਉਹਨੇ ਕੇਵਲ ਪਿਛਾਂਹ ਹੀ ਮੁੜ ਕੇ ਡਿੱਠਾ, ਪਰ ਪਿੱਛੇ ਕੋਈ ਨਹੀਂ ਸੀ। ਉਹ ਲਾਗਲੇ ਚਰਚ ਵੜਨ ਹੀ ਲੱਗੀ ਸੀ ਕਿ ਜੱਟ ਨੇ ਉਹਨੂੰ ਧੁਆ ਘੇਰਿਆ। ਕੌਣ ਹੈ ਤੂੰ? ਉਸ ਪੁੱਛਿਆ ਤੇ ਜਵਾਬ ਨਾ ਮਿਲਣ ਤੇ ਆਪੇ ਹੀ ਉਹਦੀ ਸ਼ਕਲ, ਪਹਿਰਾਵੇ ਤੇ ਲੇਥੂ ਪੇਥੂ ਹੋਏ ਕੱਪੜਿਆਂ ਤੋਂ ਅੰਦਾਜ਼ਾ ਲਾ ਕੇ ਜਵਾਬ ਦਿੱਤਾ, ਮੁਸਲਮਾਨੀ। ਨਸੀਮ ਨੇ ਹਾਂ ਜਾਂ ਨਾ 'ਚ ਕੋਈ ਉੱਤਰ ਨਾ ਦਿੱਤਾ। ਸਿੱਖ ਨੇ ਉਹਨੂੰ ਬਾਹੋਂ ਫੜ ਕੇ ਖਿੱਚਿਆ, ਪਰ ਉਹ ਨਾ ਉੱਠੀ। ਉਹ ਦੂਸਰੀ ਵਾਰ ਸਾਰਾ ਜ਼ੋਰ ਲਾ ਕੇ ਉਹਨੂੰ ਖਿੱਚਿਆ। ਉਹ ਚੀਕ ਮਾਰ ਕੇ ਉੱਠੀ ਤੇ ਉਹਦਾ ਮੁਕਾਬਲਾ ਕਰਨ ਦਾ ਯਤਨ ਕੀਤਾ, ਪਰ ਦੂਜੇ ਪਲ ਜੱਟ ਦੀ ਲਿਸ਼ਕਦੀ ਤਣੀ ਦਾਤਰੀ ਨੇ ਉਹਨੂੰ ਫੇਰ ਬਿਠਾਤਾ। ਸਿੱਧੀ ਹੋ ਕੇ ਆਪੇ ਤੁਰ ਪਓ, ਮੈਂ ਆਖਿਆ ਨਹੀਂ। ਤੇ ਉਸ ਦਾਤਰੀ ਸਿੱਧੀ ਉਹਦੀ ਛਾਤੀ ਵੱਲ ਕਰਤੀ। ਨਸੀਮ ਡਰੀ ਨਹੀਂ। ਉਹਨੇ ਉੱਠ ਕੇ ਆਪਣੇ ਪਰੋਲੇ ਵਰਗੀ ਚੁੰਨੀ ਸੰਭਾਲੀ, ਫਿਰ ਦਾ ਬਚਾ ਕੇ ਜੱਟ ਦੇ ਗਲ ਪੈ ਗਈ। ਜੱਟ ਨੇ ਦਾਤਰੀ ਪਰੇ ਸੁੱਟ ਕੇ ਉਹਨੂੰ ਦੋਹਾਂ ਹੱਥਾਂ ਨਾਲ ਕਾਬੂ ਕਰਨ ਦਾ ਯਤਨ ਕੀਤਾ, ਪਰ ਨਸੀਮ ਕਾਫੀ ਕਰੜੀ ਨਿਕਲੀ। ਜੱਟ ਨੂੰ 5-7 ਮਿੰਟ ਚੰਗਾ ਜ਼ੋਰ ਲਾਉਣਾ ਪਿਆ ਤਾਂ ਕਿਤੇ ਉਹਦੀ ਸੱਜੀ ਬਾਂਹ ਮਰੋੜਨ 'ਚ ਸਫਲ ਹੋਇਆ। ਪਰ ਇਸ ਤੋਂ ਪਹਿਲਾਂ ਨਸੀਮ ਉਹਦੇ ਮੂੰਹ ਤੇ ਆਪਣੇ ਨਹੁੰਆਂ ਨਾਲ ਕਈ ਲਾਲ ਲਕੀਰਾਂ ਵਾਹ ਚੁੱਕੀ ਸੀ ਤੇ ਹਾਲਾਂ ਤੱਕ ਉਹਦੀ ਦਾੜੀ ਦੇ ਕਾਲੇ ਮੋਟੇ ਵਾਲ ਉਹਦੀਆਂ ਉਂਗਲਾਂ 'ਚ ਫਸੇ ਸਨ। ਤਾਂ ਇਹ ਲੂੰਬੜ ਦੀ ਬੱਚੀ ਛੇਤੀ ਕਾਬੂ ਆਉਣ ਵਾਲੀ ਨਹੀਂ। ਜੱਟ ਨੇ ਆਪਣੇ ਆਪ ਨੂੰ ਉੱਚੀ ਸਾਰੀ ਕਿਹਾ। ਸਾਰੇ ਜ਼ੋਰ ਦਾ ਇੱਕ ਗੋਡਾ ਨਸੀਬ ਦੇ ਲੱਕ 'ਚ ਮਾਰਿਆ। ਨਸੀਮ ਮੁੱਧੜੇ ਮੂੰਹ ਪਈ, ਪਰ ਉਸ ਹਾਏ ਉਈ ਕੋਈ ਨਾ ਕੀਤੀ। ਉਹਨੂੰ ਨਿਸੱਲ ਹੋ ਕੇ ਪਈ ਨੂੰ ਜੱਟ ਨੇ ਆਪਣੇ ਲੱਥ ਕੇ ਭੁੰਜੇ ਪਈ ਪੱਗ ਨਾਲ ਹੱਥ ਪਿੱਛੇ ਕਰਕੇ ਨੂੜ ਦਿੱਤਾ ਤੇ ਫਿਰ ਆਪਣੀ ਦਾਤਰੀ ਚੁੱਕ ਕੇ ਉਹਨੂੰ ਉੱਠਣ ਲਈ ਹੁਕਮ ਦਿੱਤਾ। ਉਸ ਭੁੰਜੇ ਪਈ ਨੇ ਕਿਹਾ, ਜ਼ਾਲਮ ਮੈਨੂੰ ਮਾਰ ਸੁੱਟ, ਮੈਂ ਤੇਰਾ ਇਹ ਵੀ ਅਹਿਸਾਨ ਮੰਨਾਂਗੀ, ਤੇਰਾ ਇਹ ਵੀ ਰੱਬ ਦੀ ਦਰਗਾਹੋਂ ਰਹਿਮ ਮੰਨਿਆ ਜਾਏਗਾ। ਤੈਨੂੰ ਮੈਂ ਕੁਛ ਨਹੀਂ ਆਖਦਾ, ਆਪੇ ਚੁੱਪ ਕਰਕੇ ਟੁਰ ਪੈ, ਨਹੀਂ ਤਾਂ ਇਹੋ ਜਿਹੀ ਮਾਰ ਮਾਰੂੰ ਕਿ ਸਾਰੀ ਉਮਰ ਯਾਦ ਰੱਖੇਂਗੀ। ਸ਼ਾਇਦ ਉਹ ਇਸ ਲੁੱਟ ਦੇ ਮਾਲ ਦੇ ਅਰਸ਼ੋਂ ਉਤਰੀ ਪਰੀ ਤੇ ਇਕੱਲਾ ਹੀ ਮੱਲ ਮਾਰੀ ਰੱਖਣਾ ਚਾਹੁੰਦਾ ਸੀ। ਨਸੀਮ ਮੁੱਧੜੇ ਮੂੰਹ ਪਈ ਨਾ ਉੱਠੀ। ਉਸ ਆਦਮੀ ਨੇ ਉਹਨੂੰ ਗੁੱਤੋਂ ਫੜ ਕੇ ਖੜੀ ਕਰ ਦਿੱਤਾ ਤੇ ਨਸੀਮ ਦੇ ਨੱਕ 'ਚੋਂ ਲਹੂ ਵਗ ਰਿਹਾ ਸੀ। ਤੁਰ ਪੈ ਸਿੱਧੀ ਹੋ ਕੇ, ਉਹਨੇ ਕੁਰਖਤ ਹੌਲੀ ਆਵਾਜ਼ 'ਚ ਕਿਹਾ, ਜਿਵੇਂ ਉਹ ਕਿਸੇ ਹੋਰ ਕੋਲੋਂ ਡਰ ਰਿਹਾ ਹੁੰਦਾ। ਸੂਰਜ ਡੁੱਬ ਗਿਆ ਸੀ। ਨਸੀਮ ਦਾ ਮਨੁੱਖਤਾ ਤੋਂ ਵਿਸ਼ਵਾਸ ਉੱਠ ਚੁੱਕਾ ਸੀ। ਉਹ ਚੀਕ ਚਿਹਾੜਾ ਨਹੀਂ ਸੀ ਪਾਉਣਾ ਚਾਹੁੰਦੀ। ਫਿਰ ਵੀ ਉਸ ਉੱਚੀ ਹਾਲ ਦੁਹਾਈ ਪਾਈ, ਮੈਨੂੰ ਬਚਾਓ ਇਸ ਸ਼ੈਤਾਨ ਕੋਲੋਂ, ਬੌੜਿਓ ਕੋਈ ਰੱਬ ਦੇ ਨੇਕ ਬੰਦਿਓ। ਇਹ ਤਿੱਖੀ ਚੀਰਵੀਂ ਆਵਾਜ਼ ਆਖਰ ਕਿਸੇ ਦੇ ਕੰਨ ਤੱਕ ਪਹੁੰਚ ਹੀ ਗਈ। ਉਸ ਰਾਖਸ਼ ਨੇ ਕਿਹਾ, ਖਬਰਦਾਰ ਜੇ ਦੂਜੀ ਆਵਾਜ਼ ਕੱਢੀ, ਇਹੋ ਦਾਤਰੀ ਤੇਰੀ ਆਂਦਰਾਂ ਧੂ ਲਿਆਊ। ਉਹਨੂੰ ਇਹ ਨਹੀਂ ਸੀ ਪਤਾ ਕਿ ਨਸੀਮ ਮਰਨੋਂ ਉੱਕਾ ਨਹੀਂ ਸੀ ਡਰਦੀ। ਜੇ ਉਹ ਜਿਉਣਾ ਚਾਹੁੰਦੀ ਸੀ ਤਾਂ ਕੇਵਲ ਆਪਣੇ ਪਤੀ ਮਿਲਣ ਦੀ ਆਸ ਤੇ। ਉਹ ਖੜੋਤੀ ਰਹੀ, ਇੱਕ ਗੋਡਾ ਉਹਦੇ ਲੱਕ 'ਚ ਵੱਜਾ। ਉਹ ਮਸਾਂ ਡਿੱਗਦੀ ਡਿੱਗਦੀ ਬਚੀ, ਪਰ ਫਿਰ ਕਰੜੀ ਹੋ ਕੇ ਖੜੋ ਗਈ। ਜੱਟ ਦੀ ਦਾਤਰੀ ਦਾ ਦਸਤਾ ਮੋਰਾਂ 'ਚ ਵੱਜ ਕੇ ਖੁੱਭ ਗਿਆ, ਪਰ ਉਹ ਨਾ ਹਿੱਲੀ। ਸ਼ੈਤਾਨ ਦੇ ਦਿਲ 'ਚ ਖਬਰੇ ਕੀ ਆਇਆ। ਉਸ ਕੁੜੀ ਦੀ ਸੱਜੀ ਵੱਖੀ 'ਚ ਖੱਬਾ ਹੱਥ ਦੇ ਕੇ ਦੂਜੀ ਬਾਹ ਗੋਡਿਆਂ ਤੋਂ ਹੇਠਾਂ ਦੇ ਕੇ ਉਸ ਰੋਂਦੀ ਕੁਰਲਾਉਂਦੀ ਨੂੰ ਚੁੱਕ ਲਿਆ। ਅਚਾਨਕ ਇੱਕ ਕਰੜੀ ਆਵਾਜ਼ ਆਈ, ਖਬਰਦਾਰ ਜੇ। ਇੱਕ ਪੈਰ ਵੀ ਪੁੱਟਿਆ। ਪੈਲੀ ਦੀ ਨੁੱਕਰ ਤੇ ਕੋਈ ਠਾਠਾ ਬੰਨੀ ਖੜਾ ਸੀ, ਪਰ ਉਹਦੇ ਹੱਥ 'ਚ ਕੁਝ ਨਹੀਂ ਸੀ। ਕੌਣ ਏ ਤੂੰ? ਮੈਨੂੰ ਰੋਕਣ ਵਾਲਾ? ਮੈਂ ਕੋਈ ਵੀ ਹੋਵਾਂ, ਤੂੰ ਇਹਨੂੰ ਛੇਤੀ ਛੱਡ ਦੇ। ਬਈ ਤੂੰ ਇਹਨੂੰ ਲੈ ਜਾਏ, ਪਹਿਲੇ ਨੇ ਵਾਕ ਪੂਰਾ ਕਰਦਿਆਂ ਕਿਹਾ। ਨਾਲ ਹੀ ਸ਼ਾਇਦ ਹਿਮਾਇਤ ਹਾਸਲ ਕਰਨ ਲਈ ਜਾਂ ਖਬਰੇ ਬੇਸ਼ਰਮੀ ਦਾ ਨਿਉਂਦਾ ਦੇ ਕੇ ਨਰਮ ਕਰਨ ਲਈ ਉਸ ਕਿਹਾ, ਇਹ ਤੇ ਮੁਸਲਮਾਨੀ ਆ। ਦੂਜਾ ਬੰਦਾ ਦੌੜ ਕੇ ਅੱਗੇ ਹੋ ਗਿਆ। ਪਹਿਲੇ ਕੁੜੀ ਨੂੰ ਉੱਥੇ ਹੀ ਸੁੱਟ ਕੇ ਦਾਤਰੀ ਸੂਤ ਲਈ। ਦੇਖੋ ਇਹ ਆਤਮਿਆ, ਜੇ ਇੱਕ ਪੈਰ ਵੀ ਹੋਰ ਅਗਾਂਹ ਪੁੱਟਿਆ ਤਾਂ ਗੋਲੀ ਵਿੱਚੋਂ ਦੀ ਲੰਘਾ ਦੋ। ਪਹਿਲਾ ਆਦਮੀ ਉੱਥੇ ਹੀ ਸਹਿਮ ਕੇ ਖੜ ਗਿਆ। ਨਵੇਂ ਆਦਮੀ ਨੇ ਕੁੜਤੇ ਥੱਲਿਓਂ ਪਿਸਤੌਲ ਕੱਢ ਕੇ ਤਾਣਿਆ ਹੋਇਆ ਸੀ। ਕੋਈ ਗੱਲ ਨਹੀਂ ਮੇਰ ਸਿਆਂ, ਰਹਿਣਾ ਤੇ ਇਸੇ ਬਾਰੇ 'ਚ ਹੀ ਆ ਨਾ ਤੂੰ, ਤੇਰੀ ਖੈਰ ਨਹੀਂ। ਗੁਰੂ ਮਾਰਿਆ
ਤੂੰ ਸੁਲਿਆਂ ਨੂੰ ਬਚਾਉਣਾ ਹੈ। ਕੋਈ ਰੱਬ ਦਾ ਖੌਫ ਕਰ, ਪਰ ਰੱਬ ਨੂੰ ਤਾਂ ਤੁਸੀਂ ਲੋਕ ਮੰਨਦੇ ਹੀ ਨਹੀਂ। ਪੂਛ ਦਬਾ ਕੇ ਭੱਜੇ ਜਾਂਦੇ ਕੁੱਤੇ ਵਾਂਗ ਪਹਿਲਾਂ ਜਿਵੇਂ ਦੰਦ ਵਿਖਾ ਕੇ ਭੌਂਕਿਆ। ਨਸੀਮ ਸਮਝ ਗਈ ਇਹ ਕੋਈ ਮੁਨਕਰ ਹੈ, ਪਰ ਪਹਿਲੇ ਆਦਮੀ ਦੇ ਲਫ਼ਜ਼ਾਂ ਨੇ ਉਹਦਾ ਨਵੇਂ ਆਦਮੀ ਤੇ ਭਰੋਸਾ ਬਣਾ ਦਿੱਤਾ। ਉਸ ਵੱਲ ਵਧੀ ਨਵੇਂ ਆਦਮੀ ਨੇ ਉਹਦੀਆਂ ਬਾਹਾਂ ਖੋਲ ਦਿੱਤੀਆਂ। ਉਹ ਦੋਵੇਂ ਪਹਿਲੇ ਆਦਮੀ ਤੋਂ ਉਲਟ ਪਾਸੇ ਤੁਰ ਪਏ। ਨਵੇਂ ਆਦਮੀ ਨੇ ਮੂੰਹ ਮੋੜ ਕੇ ਉੱਚੀ ਦੇ ਕੇ ਕਿਹਾ, ਓਏ ਵੱਟ ਤੋਂ ਆਪਣੀ ਪੱਗ ਲੈ ਜਾ, ਐਵੇਂ ਭੱਜਾ ਜਾਂਦਾ ਹੈ। ਕੁਝ ਦੂਰ ਜਾਣ ਤੋਂ ਮਗਰੋਂ ਮੇਹਰ ਸਿੰਘ ਨੇ ਨਸੀਮ ਨੂੰ ਕਿਹਾ, ਬੀਬੀ ਸਾਨੂੰ ਖੇਤਾਂ ਦੇ ਓਲੇ ਉਸੇ ਪਾਸੇ ਜਾਣਾ ਪਏਗਾ ਜਿਸ ਪਾਸਿਓਂ ਆਏ ਆ। ਉਂਝ ਮੁਸਲਿਮ ਕੈਂਪ ਇੱਥੋਂ ਕੁੱਲ 5 ਮੀਲ ਹੈ, ਪਰ ਹੁਣ ਲੁਟੇਰੇ ਘੋੜੀਆਂ ਤੇ ਸਾਡਾ ਪਿੱਛਾ ਕਰਨਗੇ। ਇਸ ਵੇਲੇ ਘਰ ਘਰ ਰਫਲਾਂ ਨੇ, ਅਸੀਂ ਦੋਵੇਂ ਜਿਉਂਦੇ ਨਹੀਂ ਬਚ ਸਕਦੇ। ਇੱਥੋਂ ਦਾ ਨਾਲ ਹੀ ਨਿਕਲਣਾ ਪਏਗਾ। ਰਾਤੀ ਸਾਡੇ ਪੈਰਾਂ ਦੇ ਨਿਸ਼ਾਨ ਇਹਨਾਂ ਨੂੰ ਪੂਰੇ ਨਹੀਂ ਦਿਸਣੇ। ਕਿਤੇ ਡਰਦੀ ਤੇ ਨਹੀਂ ਕੁੜੀਏ ਤੂੰ? ਬੀਬੀ ਤੇ ਕੁੜੀਏ ਸ਼ਬਦਾਂ ਨੇ ਨਸੀਮ ਦੇ ਤਪਦੇ ਦਿਲ 'ਚ ਠੰਡ ਵਰਤਾਤੀ। ਉਹਦਾ ਸਰੀਰ ਹੌਲਾ ਫੁੱਲ ਹੋ ਗਿਆ। ਥਕਾਵਟ ਦਾ ਨਾਂ ਨਿਸ਼ਾਨ ਨਹੀਂ ਰਿਹਾ। ਉਸ ਮਹਿਸੂਸ ਕੀਤਾ ਕਿ ਮੁੜ ਬੱਚੀ ਬਣ ਗਈ ਹੈ ਤੇ ਬਚਪਨ ਦੇ ਲਾਡ ਨਾਲ ਆਪਣੇ ਵੱਡੇ ਭਰਾ ਨੂੰ ਕਹਿ ਰਹੀ, ਨਹੀਂ ਭਰਾ ਜੀ, ਤੁਹਾਡੇ ਹੁੰਦਿਆਂ ਮੈਨੂੰ ਕਾਹਦਾ ਡਰ ਹੈ। ਉਹ ਉਲਟੇ ਪਾਸੇ ਤੁਰ ਪਏ। ਉਸ ਪਿੰਡ ਦੇ ਉੱਤਰ ਵੱਲੋਂ ਵਲਾ ਕੇ ਉਹ ਖੇਤਾਂ ਵੱਲ ਬਚਦੇ ਬਚਾਉਂਦੇ ਚੌਖੀ ਰਾਤ ਪਈ ਇੱਕ ਹੋਰ ਪਿੰਡ ਪਹੁੰਚੇ। ਬਾਰ-ਬਾਰ ਇੱਕ ਕੱਚੇ ਕੋਠੇ ਦੇ ਬੂਹੇ ਨੂੰ ਠਕੋਰਿਆ। ਬੂਹਾ ਖੁੱਲ੍ਹਣ ਤੋਂ ਪਹਿਲਾਂ ਉਹਨੂੰ ਇਸ ਤਰ੍ਹਾਂ 5-4 ਵਾਰ ਠਕੋਰਨਾ ਪਿਆ। ਅੰਦਰੋਂ ਇੱਕ ਬਜ਼ੁਰਗ ਹਿੰਦੂ ਨਿਕਲਿਆ। ਹਨੇਰੇ 'ਚ ਹੀ ਨਸੀਮ ਵੱਲ ਵੇਖ ਕੇ ਕਹਿਣ ਲੱਗਾ, ਕੋਈ ਮੁਸਲਮਾਨ ਬੀਬੀ ਹੈ? ਮੇਹਰ ਸਿੰਘ ਦੇ ਹਾਂ ਕਹਿਣ ਤੇ ਬਜ਼ੁਰਗ ਨੇ ਨਸੀਮ ਨੂੰ ਕਿਹਾ, ਧੀਏ ਸਾਹਮਣੀ ਕੋਠੀ 'ਚ ਮੰਜਾ ਡਿੱਠਾ, ਚੈਨ ਨਾਲ ਆਰਾਮ ਕਰ, ਮੈਂ ਦੁੱਧ ਭੇਜਦਾ ਤੇਰੇ ਲਈ। ਤਸੱਲੀ ਨਾਲ ਦੁੱਧ ਪੀ ਕੇ ਨਸੀਮ ਬੜੀ ਤਸੱਲੀ ਨਾਲ ਸੁੱਤੀ। ਤੜਕੇ ਜਦੋਂ ਉਹਨੂੰ ਉਠਾਇਆ ਗਿਆ ਤਾਂ ਉਹਦਾ ਉੱਠਣ ਨੂੰ ਜੀ ਨਹੀਂ ਸੀ ਕਰਦਾ। ਸ਼ਾਇਦ ਕਈ ਬਹਿਸ਼ਤਾਂ ਦੇ ਸੁਪਨੇ ਲੈ ਰਹੀ ਸੀ। ਉਹਨੂੰ ਇੱਕ ਖੱਦਰ ਦੀ ਚਾਦਰ ਉੱਤੇ ਲੈਣ ਨੂੰ ਦਿੱਤੀ ਗਈ। ਇੱਕ ਸਾਦਾ ਸੂਟ, ਉਹਦੀ ਬਾਂਹ 'ਚ ਇੱਕ ਲੋਹੇ ਦਾ ਕੜਾ ਪਵਾਇਆ ਗਿਆ। ਮਨੇਰੇ ਹੀ ਮੇਹਰ ਸਿੰਘ ਤੇ ਨਸੀਮ ਬਾਹਰ ਨਿਕਲੇ। ਪੈਲੀਆਂ 'ਚ ਵਲਦੇ ਵਲਾਉਂਦੇ ਉਹ ਪੱਕੀ ਸੜਕ ਤੇ ਜਾ ਪੁੱਜੇ। ਕੁਝ ਚਿਰ ਉਹ ਇਸ ਤਰ੍ਹਾਂ ਖਲੋਤੇ ਰਹੇ ਜਿਵੇਂ ਕਿਸੇ ਲਾਰੀ ਦੀ ਉਡੀਕ 'ਚ ਹੋਣ। ਆਖਰ ਉਹ ਚਾਦਰ 'ਚ ਕੱਜੀ ਨਸੀਮ ਨੂੰ ਸੜਕ ਕੰਢੇ ਬਹਿ ਜਾਣ ਲਈ ਕਿਹਾ। ਮੇਹਰ ਸਿੰਘ ਨੇ ਵੀ ਕੱਪੜੇ ਬਦਲੇ ਹੋਏ ਸਨ। ਉਹ ਹਲ ਵਾਹਕ ਜੱਟ ਮਾਲੂਮ ਹੁੰਦਾ ਸੀ ਜੋ ਹੁਣੇ ਜੋਤਰਾ ਲਾ ਕੇ ਆਇਆ ਹੋਵੇ। ਅਖੀਰ ਮਿਲਟਰੀ ਦਾ ਇੱਕ ਟਰੱਕ ਆਉਂਦਾ ਦਿਸਿਆ। ਮੇਹਰ ਸਿੰਘ ਨੇ ਬੈਟਰੀ ਦੇ ਲਿਸ਼ਕਾਰੇ ਨਾਲ ਉਹਨੂੰ ਖੜਾ ਕਰ ਲਿਆ। ਉਸ 'ਚ ਕੁਝ ਪੇਂਡੂ ਮੁਸਲਮਾਨ ਤੇ ਪਾਕਿਸਤਾਨੀ ਸਿਪਾਹੀ ਸਨ। ਭੈਣ, ਉਸ ਨਸੀਮ ਨੂੰ ਕਿਹਾ, ਆ ਜਾ, ਇਹ ਤੈਨੂੰ ਤੇਰੇ ਟਿਕਾਣੇ ਪਹੁੰਚਾ ਦੇਣਗੇ। ਮਿਲਟਰੀ ਦੇ ਆਦਮੀਆਂ ਵੱਲ ਵੇਖਦੇ ਉਸ ਕਿਹਾ, ਇਹ ਕੈਪਟਨ ਵਾਰਿਸ ਮੁਹੰਮਦ ਦੇ ਘਰੋਂ ਹਨ। ਨਸੀਮ ਟਰੱਕ ਤੇ ਚੜ੍ਹਾ ਲਈ ਗਈ। ਟਰੱਕ 'ਚੋਂ ਇੱਕ ਆਦਮੀ ਨੇ ਉੱਚੀ ਦਿੱਤੀ ਕਿਹਾ, ਤੂੰ ਮੇਹਰ ਸਿਆਂ ਜ਼ਰੂਰ ਜਾਨ ਗਵਾ ਬੈਠੇਗਾ ਆਪਣੇ ਭਰਾਵਾਂ ਹੱਥੋਂ ਹੀ। ਚੰਗਾ ਜ਼ਹੂਰ, ਜੇ ਨੇਕ ਕੰਮ ਕਰਦਿਆਂ ਮੌਤ ਆਉਂਦੀ ਹੈ ਤਾਂ ਲੱਖ ਵਾਰ ਆਏ। ਜ਼ਹੂਰ ਦੇ ਨੇ ਇਸ ਇਲਾਕੇ 'ਚ ਮੁਸਲਮਾਨਾਂ 'ਚੋਂ ਵੱਡਾ ਕਾਫਰ ਤੇ ਮੁਨਕਰ ਮੰਨਿਆ ਜਾਂਦਾ ਸੀ। ਨਸੀਮ ਦੇ ਕੰਨਾਂ 'ਚ ਵੀ ਇਸ ਨਾਂ ਦੀ ਮਸ਼ਹੂਰੀ ਪਹੁੰਚੀ ਹੋਈ ਸੀ। ਟਰੱਕ ਰਵਾਨਾ ਹੋ ਗਿਆ। ਭਰਾ ਜੀ, ਫੇਰ ਮਿਲਾਂਗੇ ਕਦੀ, ਨਸੀਮ ਨੇ ਉਹਨੂੰ ਵਲਾਇਤੀ ਢੰਗ ਨਾਲ ਹੱਥ ਨੂੰ ਹਿਲਾਉਂਦਿਆਂ ਉੱਚੀ ਪੁਕਾਰ ਕੇ ਕਿਹਾ। ਤੇ ਸਾਰਾ ਰਾਹ ਉਹ ਸੋਚਦੀ ਗਈ, ਇਹ ਕਿਸ ਤਰ੍ਹਾਂ ਦੇ ਕਾਫਰ ਹਨ। ਤੇ ਆਖਰ ਪੌ ਫੁੱਟ ਪਈ। ਧੰਨਵਾਦ।